ਸੋਰਠ ਮਹਿਲਾ ਪਹਿਲਾ ਪੰਚਪਦੇ। ਆਪਣਾ ਘਰ ਮੂਸਤ ਰਾਖ ਨ ਸਾਕਹਿ, ਕੀ ਪਰ ਘਰ ਜੋ ਹਨ ਲਾਗਾ। ਘਰ ਦਰ ਰਾਖਹਿ ਜੇ ਰਸ ਚਾਖਹਿ, ਜੋ ਗੁਰਮੁਖ ਸੇਵਕ ਲਾਗਾ। ਆਪਣਾ ਘਰ ਮੂਸਤ ਰਾਖ ਨ ਸਾਕਹਿ, ਕੀ ਪਰ ਘਰ ਜੋ ਹਨ ਲਾਗਾ। ਘਰ ਦਰ ਰਾਖਹਿ ਜੇ ਰਸ ਚਾਖਹਿ, ਜੋ ਗੁਰਮੁਖ ਸੇਵਕ ਲਾਗਾ। ਮਨ ਰੇ ਸਮਝ ਕਵਨ ਮਤ ਲਾਗਾ, ਨਾਮ ਵਿਸਾਰ ਅਨ ਰਸ ਲੋਭਾਨੇ। ਫਿਰ ਪਛਤਾਹੇ ਅਭਾਗਾ, ਆਵਤ ਕਉ ਹਰਖ ਜਾਤ ਕਉ ਰੋਵਹਿ। ਇਹ ਦੁਖ ਸੁਖ ਨਾਲੇ ਲਾਗਾ, ਆਪੇ ਦੁਖ ਸੁਖ ਭੋਗ ਭੋਗਾਵੈ। ਗੁਰਮੁਖ ਸੋ ਅਨਰਾਗਾ, ਹਰ ਰਸ ਉਪਰ ਅਵਰ ਕਿਆ ਕਹੀਐ। ਜਿਨ ਪੀਆ ਸੋ ਤ੍ਰਿਪਤਾਗਾ, ਮਾਇਆ ਮੋਹਿਤ ਜਿਨ ਇਹ ਰਸ ਖੋਇਆ। ਜਾਂ ਸਾਕਤ ਦੁਰਮਤ ਲਾਗਾ, ਮਨ ਕਾ ਜਿਉ ਪਵਨ ਪਤ ਦੇਹੀ। ਦੇਹੀ ਮਹਿ ਦੇਉ ਸਮਾਗਾ, ਜੇ ਤੂੰ ਦੇਹੇ ਤਾਂ ਹਰ ਰਸ ਗਾਈ। ਮਨ ਤ੍ਰਿਪਤੈ ਹਰ ਲਿਵ ਲਾਗਾ, ਸਾਧ ਸੰਗਤ ਮਹਿ ਹਰ ਰਸ ਪਾਈਐ। ਗੁਰ ਮਿਲਿਐ ਜਮ ਭਉ ਭਾਗਾ, ਨਾਨਕ RAM ਨਾਮ ਜਪ ਗੁਰਮੁਖ। ਹਰ ਪਾਏ ਮਸਤਕ ਭਾਗਾ, ਸਾਧ ਸੰਗਤ ਮਹਿ ਹਰ ਰਸ ਪਾਈਐ। ਗੁਰ ਮਿਲਿਐ ਜਮ ਭਉ ਭਾਗਾ, ਨਾਨਕ RAM ਨਾਮ ਜਪ ਗੁਰਮੁਖ। ਹਰ ਪਾਏ ਮਸਤਕ ਭਾਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚੀਤ ਹੋਏ ਜੁੜ ਮਿਲ ਬੈਠੇ ਹੋ, ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ ਕਿਰਪਾਲਤਾ ਕਰਨਾ। ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ, ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਹੁਣ ਤੱਕ ਦਾ ਸਮਾਂ ਰਾਤਰੀ ਦੇ ਰੂਪ ਵਿੱਚ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਏ। ਅੰਮ੍ਰਿਤ ਵੇਲੇ ਕੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ
ਆਪਣੇ ਹੀ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਹਿਬ ਦੀਆਂ ਬਖਸ਼ਿਸ਼ਾਂ ਦਾ ਦਰ ਖੁੱਲ੍ਹਿਆ। ਰਹਿਮਤ ਹੋਈ, ਸਾਡੇ ਵਾਸਤੇ ਇਹ ਬਚਨ ਪ੍ਰਾਪਤ ਹੋਇਆ ਜੋ ਵਿਸ਼ਵਾਸ ਦਿਵਾਉਂਦਾ ਸਾਨੂੰ, ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਸਾਡੇ ਅੰਦਰ ਇਹ ਵਿਸ਼ਵਾਸ ਟਿਕ ਜਾਏ ਕਿ ਸਾਡੇ ਗੁਰਦੇਵ ਸਾਨੂੰ ਔਖੀ ਘੜੀ ਨਹੀਂ ਦੇਖਣ ਦੇਣਗੇ। ਅਤੇ ਜੀਵਨ ਵਿੱਚ ਬਹੁਤ ਐਸੇ ਡਰ ਰਹਿੰਦੇ ਨੇ ਕਿ ਪਤਾ ਨਹੀਂ ਕੋਈ ਔਖਾ ਵਕਤ ਨਾ ਆ ਜਾਏ, ਔਰ ਖ਼ਾਸ ਕਰਕੇ ਜੀਵਨ ਜਿਉਂਦਿਆਂ ਅਕਸਰ ਇਹ ਖਦਸ਼ਾ ਜਿਹਾ ਬਣੇ ਰਹਿੰਦਾ ਕਿ ਕਿਤੇ ਔਖਾ ਵੇਲਾ ਨਾ ਆ ਜਾਏ, ਕਿਉਂਕਿ ਹਰ ਵਿਅਕਤੀ ਦੇ ਸਾਹਮਣੇ ਹਰ ਸਮੇਂ ਸਮੱਸਿਆਵਾਂ ਨੇ, ਜ਼ਰੂਰਤਾਂ ਨੇ, ਪਤਾ ਨਹੀਂ ਪੂਰੀਆਂ ਹੋਣਗੀਆਂ, ਕਦੋਂ ਹੋਣਗੀਆਂ, ਕਿਵੇਂ ਕਰਾਂਗੇ, ਕੀ ਬਣੇਗਾ। ਇਹ ਬਹੁਤ ਸਾਰੇ ਨਿੱਕੇ ਨਿੱਕੇ ਸਵਾਲ ਡਰ ਦੇ ਰੂਪ ਵਿੱਚ ਔਰ ਡਰਾਂ ਦੇ ਰੂਪ ਵਿੱਚ ਇਹ ਸਵਾਲ ਸਾਡੇ ਸਾਹਮਣੇ ਚੱਲਦੇ ਰਹਿੰਦੇ ਨੇ। ਅਤੇ ਜੇ ਇਸ ਪਾਸੇ ਤੋਂ ਟੁੱਟ ਜਾਈ ਤਾਂ ਇਹ ਡਰ ਹਾਵੀ ਹੋ ਜਾਂਦੇ ਨੇ। ਕਈ ਵਾਰ ਵੇਖਿਆ ਜੀਵਨ ਵਿੱਚ ਇਹ ਨਿੱਕੇ ਨਿੱਕੇ ਸਵਾਲ ਇੰਨੇ ਹਾਵੀ ਹੋ ਜਾਂਦੇ ਨੇ ਕਿ ਮਨੁੱਖ ਬੇਚੈਨ ਉੱਠਦਾ ਹੈ, ਵਿਚਲਿਤ ਹੋ ਜਾਂਦਾ ਹੈ। ਪਰ ਜਦੋਂ ਸ਼ਬਦ ਵੱਲ ਜੁੜ ਜਾਈਏ ਅਤੇ ਫਿਰ ਆਸਰਾ ਵੱਝਦਾ, ਨਹੀਂ ਗੁਰੂ ਹੈ ਨਾ, ਅਤੇ ਗੁਰੂ ਹੈ ਅਤੇ ਫਿਰ ਚਿੰਤਾ ਕਿਉਂ ਕਰੀਏ। ਇਹ ਠੀਕ ਹੈ ਵਿਚਾਰ ਕਰਨਾ, ਜ਼ਰੂਰਤਾਂ ਦੇ ਬਾਰੇ ਸੋਚਣਾ, ਉਹਨਾਂ ਨੂੰ ਕਿੱਥੋਂ ਤੱਕ ਅਸੀਂ ਘੱਟ ਕਰ ਸਕਦੇ ਹਾਂ, ਕਿਵੇਂ ਮੈਨੇਜ ਕਰ ਸਕਦੇ ਹਾਂ, ਇਹ ਸਾਡਾ ਧਰਮ ਹੈ। ਹੱਥ 'ਤੇ ਹੱਥ ਧਰ ਕੇ ਬਹਿਣਾ ਸਾਡਾ ਕੰਮ ਨਹੀਂ ਗਾ। ਅਸੀਂ ਕੋਈ ਉਹ ਅਤੀਤ ਨਹੀਂ ਗੇ ਜਿਹੜੇ ਕਿ ਕਿਤੇ ਪਹਾੜੀ 'ਤੇ ਬੈਠੇ ਹਾਂ ਜੀ। ਨਹੀਂ, ਕਰਤੇ ਨੇ ਸਾਨੂੰ ਸਰੀਰ ਦਿੱਤਾ ਹੈ, ਮੱਤ ਦਿੱਤੀ ਹੈ, ਬੁੱਧ ਦਿੱਤੀ ਹੈ, ਤੁਰਨ ਫਿਰਨ ਦੀ ਸਮਰੱਥਾ ਦਿੱਤੀ ਹੈ, ਸੰਬੰਧ ਦਿੱਤੇ ਨੇ। ਅਸਾਂ ਆਪਣਾ ਜੋ ਠੀਕ ਅਪਰੋਚ ਹੈ, ਰਾਈਟ ਅਪਰੋਚ ਕਰਦੇ ਰਹੀਏ, ਠੀਕ ਕੰਮ ਕਰਦੇ ਜਾਈਏ, ਪਰ ਚਿੰਤਾ ਨਾ ਕਰੀਏ। ਸਾਡੇ 'ਚ ਕਮੀ ਇਹ ਰਹਿੰਦੀ ਕਿ ਅਸੀਂ ਅਪਰੋਚ ਠੀਕ ਨਹੀਂ ਕਰ ਪਾਉਂਦੇ ਅਤੇ ਚਿੰਤਾ ਬਹੁਤੀ ਕਰਨ ਲੱਗ ਪੈਂਦੇ। ਚਾਹੀਦਾ ਹੈ ਕਿ ਹਰ ਜੀਅ ਨੂੰ ਜੋ ਵੀ ਪੱਧਰ ਹੈ ਉਹਦਾ ਆਪਣੇ ਢੰਗ ਨਾਲ ਠੀਕ ਅਪਰੋਚ ਕਰਦੇ ਜਾਓ, ਠੀਕ ਕੰਮ ਕਰਦੇ ਜਾਓ। ਜਿੱਥੇ ਤੇ ਤੁਸੀਂ ਐਪਲੀਕੇਸ਼ਨ ਦੇ ਸਕਦੇ ਹੋ ਜ਼ਰੂਰ ਲਗਾਓ ਭਾਈ, ਜਿੱਥੇ ਵੈਕੈਂਸੀ ਜੋ ਹੋਏ ਕਿ ਆਪੇ ਕਿਤੇ ਮਿਲੇਗਾ। ਔਰ ਕੇਵਲ ਜੌਬ ਲਈ ਬੱਚਿਆਂ ਵਾਸਤੇ ਗੱਲ ਨਹੀਂ, ਸਾਡੇ ਸਾਰਿਆਂ ਲਈ ਗੱਲ ਹੈ ਭਾਈ। ਆਪਣੇ ਤਰੀਕੇ ਦੇ ਨਾਲ ਸਾਨੂੰ ਕੋਈ ਨਾ ਕੋਈ ਸੁਵਿਧਾਵਾਂ, ਕੋਈ ਆਪਸ਼ਨ ਚਾਹੀਦੇ ਨੇ। ਅਸੀਂ ਸਾਰੇ ਹੀ ਸਹੀ ਤਰੀਕੇ ਦੇ ਨਾਲ ਸਹੀ ਕੰਮ ਕਰਦੇ ਚਲੇ ਜਾਈਏ ਅਤੇ ਸਾਡੀਆਂ ਸਮੱਸਿਆਵਾਂ ਦਾ ਸਮਾਧਾਨ ਵੀ ਹੌਲੀ ਹੌਲੀ ਸਹੀ ਤਰੀਕੇ ਨਾਲ ਹੀ ਹੋਣਾ ਹੈ। ਸਮੱਸਿਆ ਦਾ ਸਮਾਧਾਨ ਸਤ ਸਰੂਪ 'ਚ ਹੀ ਹੁੰਦਾ ਹੈ। ਬਸ ਇਹ ਵਿਸ਼ਵਾਸ ਸਾਨੂੰ ਇੱਥੇ ਵੱਜਦਾ ਹੈ, ਔਖੀ ਘੜੀ ਨਾ ਦੇਖਣ ਦੇ ਆਪਣਾ ਬਿਰਦ ਸੰਭਾਲੇ। ਸਾਹਿਬ ਦਾ ਸਰੂਪ ਹੈ, ਸਾਹਿਬ ਦਾ ਸੁਭਾਅ ਹੈ ਕਿ ਅਗਰ ਇਸ ਕਰਕੇ ਜੋੜੀਦਾ ਸ਼ਬਦ ਨਾਲ ਕਿ ਕਿਤੇ ਅਸੀਂ ਭੱਜ ਗਏ ਅਤੇ ਫਿਰ ਸਾਡਾ ਕੋਈ ਥੋੜ੍ਹਾ ਵਾਕਬ ਹੈ। ਇਹ ਸਾਡੇ 'ਤੇ ਨਿਰਭਰ ਹੈ ਕਿ ਆਪਣੇ ਸਾਹਿਬ ਦਾ ਦਰ ਛੱਡ ਕੇ ਤਾਂ ਨਹੀਂ ਜਾਂਦੇ। ਐਸਾ ਤਾਂ ਨਹੀਂ ਕਿ ਜੇ ਇੱਕ ਦਿਨ ਸਾਡੀ ਅਰਦਾਸ ਨਹੀਂ ਸੁਣੀ ਗਈ ਤਾਂ ਅਸੀਂ ਛੱਡ ਕੇ ਨਾ ਜੀ, ਅਸੀਂ ਤਾਂ ਆਉਂਦੇ ਹੀ ਨਾ। ਬਹੁਤ ਸਾਰੇ ਐਸੇ ਲੋਕ ਨੇ, ਜੇ ਇੱਕ ਵਾਰ ਗੱਲ ਨਾ ਸੁਣੀ ਜਾਏ, ਨਾ ਅਰਦਾਸ ਪੂਰੀ ਹੋਵੇ ਤਾਂ ਕਹਿਣ ਲੱਗੇ ਸਾਡੀ ਕਿਹੜੀ ਸੁਣਦੇ ਨੇ। ਨਹੀਂ, ਸੁਣਦੇ ਨੇ ਸਾਡੀ ਯੋਗਤਾ ਦੇ ਮੁਤਾਬਕ। ਦੂਜੀ ਗੱਲ, ਸਾਡੇ ਵਾਸਤੇ ਕਿਹੜੀ ਵਸਤੂ ਕਦੋਂ ਲਾਹੇਵੰਦ ਹੈ ਇਹ ਮਹਾਰਾਜ ਨੇ ਦੇਣੀ ਹੈ। ਸਾਡਾ ਹੱਕ ਹੈ ਅਸੀਂ ਮੰਗੀਏ, ਪਰ ਉਹ ਸਾਹਿਬ ਸਮੇਂ ਦੇ ਨਾਲ ਸਾਨੂੰ ਦੇਈ ਜਾਂਦੇ ਨੇ। ਵਿਸ਼ਵਾਸ ਰੱਖੀ ਜ਼ਰੂਰ ਮਿਲੇਗਾ। ਸਿਆਣੇ ਮੰਨਦੇ ਨੇ ਜਿਸ ਅਰਦਾਸ ਵਿੱਚ ਸੱਤ ਹੋਏਗਾ ਉਹ ਪੂਰੀ ਹੋਏਗੀ। ਮੈਂ ਨਹੀਂ ਕਹਿੰਦਾ, ਮਹਾਰਾਜ ਦਾ ਬਚਨ ਹੈ, ਆਪ ਨੇ ਪੜ੍ਹਿਆ ਹੋਣਾ, ਸਤ ਸੰਤੋਖ ਹੋਵੈ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ। ਸਾਡੀਆਂ ਅਰਦਾਸਾਂ ਦੇ ਵਿੱਚ ਸੱਤ ਹੋਵੇ, ਸਾਡੀਆਂ ਅਰਦਾਸਾਂ ਦੇ ਵਿੱਚ ਸੰਤੋਖ ਹੋਵੇ। ਕਦੇ ਕਦੇ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ, ਸਾਡੀਆਂ ਉਹਨਾਂ ਅਰਦਾਸਾਂ ਦੇ ਵਿੱਚ ਸੱਤ ਨਹੀਂ ਹੁੰਦਾ। ਸੱਤ ਦਾ ਮਤਲਬ ਜੋ ਐਕਚੁਅਲੀ ਹੈ ਅਸੀਂ ਉਹ ਨਹੀਂ ਕਹਿ ਪਾ ਰਹੇ, ਅਸੀਂ ਹੋਰ ਹੀ ਕੁਛ ਕਹੀ ਜਾ ਰਹੇ ਹਾਂ। ਅਤੇ ਜੋ ਸਾਨੂੰ ਚਾਹੀਦਾ ਅਸੀਂ ਉਹ ਵੀ ਨਹੀਂ ਕਹਿ ਪਾ ਰਹੇ, ਅਸੀਂ ਵੇਖੋ ਵੇਖੀ ਲੋਕਾਂ ਦੇ ਕੁਛ ਨਾ ਕੁਛ ਹੋਰ ਕਹੀ ਜਾ ਰਹੇ ਹਾਂ।
ਗੁਰਦੇਵ ਕਿਰਪਾ ਕਰਨ ਸਾਨੂੰ ਸੱਤ ਦਾ ਸਮਝ ਆ ਸਕੇ ਅਤੇ ਆਪਣੇ ਗੁਰਦੇਵ 'ਤੇ ਭਰੋਸਾ ਬਣ ਸਕੇ। ਔਰ ਇਹ ਗੱਲ ਜਿਉਂ-ਜਿਉਂ ਹੌਲੀ-ਹੌਲੀ ਠਹਿਰ ਕੇ ਸਮਝ ਆਏਗੀ ਅਤੇ ਮਹਾਰਾਜ ਸਾਨੂੰ ਸਮਝਾਉਂਦੇ ਨਾ, ਭਾਈ ਤੂੰ ਬਸ ਆਪਣੇ ਆਪ ਨੂੰ ਸੰਵਾਰ ਲੈ। ਇੱਕ ਬੜਾ ਪਿਆਰਾ ਜਿਹਾ ਬਚਨ, ਫਰੀਦਾ ਆਪ ਸਵਾਰਹਿ ਮੈਂ ਮਿਲਿਆ ਸੁਖ ਹੋਏ। ਅਸੀਂ ਆਪਣੇ ਆਪ ਨੂੰ ਸਵਾਰੀ। ਸਾਡੇ 'ਤੇ ਜੋ ਭਰਮ ਦੇ ਕਵਰ ਪੈ ਗਏ ਨੇ, ਕੁਝ ਸਾਡੇ 'ਤੇ ਅਵਿਸ਼ਵਾਸ ਦੀਆਂ ਗੱਲਾਂ ਸਾਡੇ ਹਿਰਦੇ 'ਚ ਮੈਲ ਦੇ ਰੂਪ 'ਚ ਉੱਭਰ ਗਈਆਂ ਨੇ, ਕੁਝ ਸਾਡੇ ਅੰਦਰ ਕਮੀਆਂ ਨੇ, ਅਤੇ ਕਮੀਆਂ ਨੇ ਜਿਹਨੂੰ ਅਸੀਂ ਅੱਜ ਕੱਲ੍ਹ ਦੀ ਭਾਸ਼ਾ 'ਚ ਕਹਿ ਲੈਂਦੇ ਹਾਂ ਕਿ ਸਾਡੇ ਅੰਦਰ ਕੁਝ ਨੈਗੇਟਿਵਿਟੀ ਵੱਧ ਗਈ ਹੈ, ਨੈਗੇਟਿਵ ਐਨਰਜੀ ਸਾਡੇ ਅੰਦਰ ਵੱਧ ਗਈ ਹੈ। ਇਸ ਨੂੰ ਬਦਲ ਕੇ ਪੋਜ਼ੀਟਿਵ ਐਨਰਜੀ ਵਿੱਚ ਅਸਾਂ ਤਬਦੀਲ ਕਰਨਾ ਹੈ। ਔਰ ਇਹ ਕਿੱਥੋਂ ਮਿਲੇਗੀ? ਅਲੱਗ-ਅਲੱਗ ਤਰੀਕੇ ਲੱਭੇ ਜਾਂਦੇ ਹੋਣਗੇ, ਪਰ ਸਾਨੂੰ ਪਤਾ ਹੈ, ਦੱਸਿਆ ਗਿਆ ਕਿ ਭਾਈ ਇਹ ਸਤ ਸੰਗਤ ਵਿੱਚੋਂ ਹੀ ਇਹ ਸੱਤ ਦੀ ਸ਼ਕਤੀ, ਸੱਤ ਦੀ ਤਾਕਤ, ਸ਼ਬਦ ਦੀ ਬਰਕਤ ਨੂੰ ਜਿਸ ਮਰਜ਼ੀ ਨਾਮ ਦੇ ਨਾਲ ਕੋਈ ਜਾਣ ਲਵੇ, ਬੇਸਿਕਲੀ ਸੱਤ ਹੀ ਹੈ ਅਤੇ ਸੱਤ ਹੀ ਪੋਜ਼ੀਟਿਵ ਹੈ। ਸੱਤ ਦੀ ਤਾਕਤ ਸਤ ਸੰਗਤ ਵਿੱਚੋਂ ਹੀ ਮਿਲਣੀ। ਸਤ ਸੰਗਤੀ ਸੰਗ ਹਰ ਧਨ ਖਟੀਐ, ਹੋਰ ਥੈ ਹੋਰਤ ਉਪਾਏ, ਹਰ ਧਨ ਕਿਤੈ ਨਾ ਪਾਈ। ਇਸੇ ਕਰਕੇ ਸਾਨੂੰ ਕਿਹਾ ਭਾਈ ਸਤ ਸੰਗਤੀ ਸੰਗ ਹਰ ਧਨ ਖਟੀਐ। ਸਤ ਸੰਗਤ ਵਿੱਚੋਂ ਹੀ ਇਸ ਧਨ ਦੀ, ਇਸ ਸ਼ਕਤੀ ਦੀ, ਇਸ ਤਾਕਤ ਦੀ ਪ੍ਰਾਪਤੀ ਹੋਣੀ ਹੈ। ਔਰ ਇਹ ਗੱਲ ਜਿਉਂ-ਜਿਉਂ ਅਸੀਂ ਟਿਕਾਂਗੇ ਅਤੇ ਫਿਰ ਆਪਣੇ ਬਾਰੇ ਪਤਾ ਲੱਗੇਗਾ ਵੀ ਹੁਣ ਤੱਕ ਕੁਝ ਕਮੀਆਂ ਰਹਿ ਗਈਆਂ ਜਿਸ ਕਰਕੇ ਅਸੀਂ ਇਹ ਚੀਜ਼ ਨੂੰ ਪ੍ਰਾਪਤ ਨਹੀਂ ਕਰ ਪਾਏ, ਜਿੱਦਾਂ ਕੱਲ੍ਹ ਪਰਸੋਂ ਲਗਾਤਾਰ ਅਸੀਂ ਜ਼ਿਕਰ ਪੜ੍ਹ ਰਹੇ ਹਾਂ। ਇਹ ਬੜਾ ਪਿਆਰਾ ਗਹਿਰਾ ਜਿਹਾ ਗੁਰੂ ਨਾਨਕ ਸਾਹਿਬ ਦੇ ਬਚਨ ਬਹੁਤ ਗਹਿਰੇ ਨੇ। ਪਾਠ ਕਰਦਿਆਂ ਕਰਦਿਆਂ ਤੇ ਸਮਝ ਆਈ ਹੈ ਕਿ ਮਹੱਲੇ ਪਹਿਲੇ ਦੀ ਜਿਤਨੀ ਬਾਣੀ ਹੈ ਔਰ ਹਰ ਰਾਗ ਦੇ ਆਰੰਭ ਦੇ ਵਿੱਚ ਪਹਿਲੇ ਕੁਝ ਸ਼ਬਦ, ਇਹ ਵੀ ਗੱਲ ਚੇਤੇ ਰੱਖਣਾ, ਹਰ ਰਾਗ ਦੇ ਆਰੰਭਕ ਸ਼ਬਦ ਬਹੁਤ ਗਹਿਰੇ ਨੇ। ਸੰਪੂਰਨ ਰਾਗ ਦੇ ਸਾਰੀ ਜੋ ਵਿਚਾਰ ਉਹਦੇ ਵਿੱਚ ਹੈਗਾ ਹੈ। ਔਰ ਫਿਰ ਹੌਲੀ ਹੌਲੀ ਉਹਦਾ ਖੁਲਾਸਾ ਆਰੰਭ ਹੋ ਜਾਂਦਾ ਹੈ। ਜਦੋਂ ਘਰ ਬਦਲ ਜਾਂਦਾ ਹੈ ਨਾ, ਆ ਪਾਠ ਕਰਨਾ ਵੇਖਿਆ ਹੋਏਗਾ, ਘਰ ਬਦਲਦਾ ਹੈ ਭਾਵ ਉਦੋਂ ਥੋੜ੍ਹਾ ਜਿਹਾ ਖੁਲਾਸਾ ਵੱਧ ਜਾਂਦਾ ਹੈ। ਹਮੇਸ਼ਾ ਪਹਿਲੇ ਘਰ ਤੋਂ ਗੱਲ ਆਰੰਭ ਹੋਏਗੀ ਅਤੇ ਪਹਿਲੇ ਘਰ ਤੋਂ ਚੱਲਦੇ ਚੱਲਦੇ 17 ਘਰਾਂ ਤੱਕ ਗੱਲ ਜਾਂਦੀ ਹੈ। ਪਿੱਛੇ ਆਪ ਜੀ ਬਾਤ ਚੁੱਕੇ ਹੋ ਰਾਗ ਆਸਾ ਦੇ ਵਿੱਚ 17ਵੇਂ ਘਰ ਤੱਕ ਦੀ ਬਾਣੀ ਅਸਾਂ ਪੜ੍ਹੀ। ਇੱਕ ਪਹਿਲੇ ਘਰ ਤੋਂ ਗੱਲ ਆਰੰਭ ਕਰਕੇ ਮਹਾਰਾਜ 17ਵੇਂ ਘਰ ਤੱਕ, ਔਰ ਚੇਤਾ ਕਰ ਰਹੇ ਸਾਨੂੰ ਸਾਡੇ ਸਰੀਰ ਦੇ 5 ਤੱਤ ਨੇ, ਸਾਡਾ ਜੋ ਸੂਖਸ਼ਮ ਸਰੀਰ ਦੇ 17 ਤੱਤ ਨੇ। ਬਾਹਰ ਆਮ ਤੌਰ 'ਤੇ 5 ਤੱਤਾਂ ਦੀ ਹੀ ਗੱਲ ਕਰਦੇ ਹਾਂ, ਪਰ ਸੂਖਸ਼ਮਤਾ ਦੇ ਵਿੱਚ 17 ਤੱਤ ਨੇ ਔਰ 17 ਹੀ ਸਾਡੇ ਘਰ ਨੇ ਗੁਰਬਾਣੀ ਦੇ ਵਿੱਚ। ਉਹ ਸਾਰੇ ਦੇ ਸਾਰੇ ਸਾਡੇ ਸ਼ੁੱਧ ਹੋਣੇ ਨੇ। ਜਿਵੇਂ ਅਸੀਂ ਕਹੀਏ ਕਿ ਸਾਡਾ ਭਾਈ ਸਰੀਰ ਦਾ ਜੋ ਲੈਵਲ ਨੇ, ਅੱਜ ਕੱਲ੍ਹ ਅਸੀਂ ਡਾਕਟਰੀ ਤਰੀਕੇ ਨਾਲ ਸੋਚਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਵੀ ਦੇਖੋ ਜੀ ਸਰੀਰ 'ਚ ਪਾਣੀ ਦਾ ਲੈਵਲ ਠੀਕ ਹੈ, BP ਠੀਕ ਹੈ, ਸ਼ੂਗਰ ਠੀਕ ਹੈ, ਲੈਵਲ ਨੇ ਨਾ ਹਰ ਇੱਕ ਚੀਜ਼ ਦੇ। ਰਹਿਣਾ ਤਾਂ ਚਾਹੀਦਾ ਹੈ, ਘਟ ਜਾਏ ਤਾਂ ਤਦ ਵੀ ਨੁਕਸਾਨਦਾਇਕ ਹੈ ਅਤੇ ਵੱਧ ਜਾਏ ਤਾਂ ਵੀ ਨੁਕਸਾਨਦਾਇਕ ਹੈ। ਇੱਕ ਜੋ ਪੈਰਾਮੀਟਰ ਮੈਡੀਕਲ ਲਾਈਨ ਨੇ ਬਣਾ ਦਿੱਤਾ, ਅਸੀਂ ਕਹਿੰਦੇ ਇੰਨਾ ਕੁ ਠੀਕ ਹੈ। ਜੇ ਤਰ੍ਹਾਂ ਇਸੇ ਤਰ੍ਹਾਂ ਸਾਡੇ ਅੰਦਰ ਦੇ ਵੀ ਘਰ ਸ਼ੁੱਧ ਹੋਣੇ ਨੇ। ਜੇ ਬਾਹਰਲੇ ਫਿਜ਼ੀਕਲ ਪੱਖ ਕੰਪਲੀਟ ਨੇ ਅਤੇ ਤੰਦਰੁਸਤ ਆ, ਅਤੇ ਜੇ ਅੰਦਰਲੇ ਸਿਸਟਮਸ ਠੀਕ ਨੇ ਅਤੇ ਅਸੀਂ ਮਾਨਸਿਕ ਤੌਰ 'ਤੇ ਤੰਦਰੁਸਤ ਆ। ਔਰ ਸਾਡੇ 'ਚੋਂ ਬਹੁਤੇ ਜੀ ਅਸੀਂ ਸਰੀਰਕ ਤੌਰ 'ਤੇ ਵੀ ਤੰਦਰੁਸਤ ਨਹੀਂ ਆ ਅਤੇ ਮਾਨਸਿਕ ਤੌਰ 'ਤੇ ਵੀ ਤੰਦਰੁਸਤ ਨਹੀਂ ਆ। ਇਹ ਗੱਲਾਂ ਅੱਜ ਹੌਲੀ ਹੌਲੀ ਸਮਝਣ ਦੀ ਕੋਸ਼ਿਸ਼ ਕਰਨਾ। ਕੱਲ੍ਹ ਵਾਚਰੇ ਸਾਂ ਮਾਇਆ ਮੋਹਿਤ ਜਿਨ ਇਹ ਰਸ ਖੋਇਆ, ਜਾਂ ਸਾਕਤ ਦੁਰਮਤ ਲਾਗਾ। ਜਦੋਂ ਕਿਸੇ ਜੀ 'ਤੇ ਮਾਇਆ ਦੇ ਮੋਹ ਦਾ, ਮਾਇਆ ਦੇ ਵੱਡੇ 5 ਪ੍ਰਭਾਵ ਨੇ। ਅਸੀਂ ਆਮ ਤੌਰ 'ਤੇ ਮੋਹ ਮਾਇਆ ਮੋਹ ਦਾ ਜ਼ਿਕਰ ਹੀ ਕਰਦੇ ਹਾਂ। ਅਸੀਂ ਬਾਰੀਕੀ ਦੀਆਂ ਵਿਆਖਿਆਵਾਂ ਜੇ ਨਹੀਂ ਕਰ ਪਾਏ। ਹਾਲਾਂਕਿ ਸਮਝ ਸਕੀ ਤੇ ਕਾਮ ਮਾਇਆ ਕੁੰਚਰ ਕੋ ਵਿਆਪੈ ਜ਼ਿਕਰ ਹੈ ਨਾ ਗੁਰਬਾਣੀ 'ਚ। ਜੇ ਮੋਹ ਮਾਇਆ ਹੈ ਤੇ ਕਾਮ ਮਾਇਆ ਵੀ ਹੈ, ਲੋਭ ਮਾਇਆ ਵੀ ਹੈ, ਕ੍ਰੋਧ ਮਾਇਆ ਵੀ ਹੈ, ਅਹੰਕਾਰ ਮਾਇਆ ਵੀ ਹੈ।
ਕਿਉਂਕਿ ਇਹ ਹੀ ਮਾਇਆ ਦੇ ਤੇ ਪੱਖ ਨੇ। ਔਰ ਇਹਨਾਂ ਸਾਰਿਆਂ ਦੇ ਅਲੱਗ-ਅਲੱਗ ਨਿੱਕੇ-ਨਿੱਕੇ ਭੇਤ ਨੇ। ਮੋਹ ਦੇ ਕਿਤਨੇ ਪ੍ਰਕਾਰ ਹੋਣਗੇ, ਹੌਲੀ-ਹੌਲੀ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਜਿੱਥੋਂ ਸਾਡੇ ਮਨ ਵਿੱਚ ਕੁਝ ਪ੍ਰਾਪਤੀਆਂ ਦੀ ਚਾਹਤ ਪੈਦਾ ਹੁੰਦੀ ਹੈ, ਉੱਥੇ ਅਸੀਂ ਵੇਖਦੇ ਮਾਇਆ ਦਾ ਅਸਰ ਹੁੰਦਾ ਹੈ। ਔਰ ਜਿਸ ਦੇ ਨਾਲ ਜੁੜਨ ਤੋਂ ਬਾਅਦ 'ਚ ਵਿਛੜਨ ਨੂੰ ਚਿੱਤ ਨਾ ਕਰੇ, ਉੱਥੇ ਮੋਹ ਦਾ, ਮਾਇਆ ਦਾ ਅਸਰ ਹੋ ਜਾਂਦਾ ਹੈ। ਅਸੀਂ ਪਰਿਵਾਰ ਨਾਲ ਜੁੜੇ ਹਾਂ, ਵਿਛੜਨ ਨੂੰ ਸਾਡਾ ਚਿੱਤ ਨਹੀਂ ਕਰਦਾ। ਪਦਾਰਥ ਸਾਨੂੰ ਮਿਲ ਗਏ ਨੇ, ਵਿਛੜਨ ਦਾ ਚਿੱਤ ਨਹੀਂ ਕਰਦਾ। ਇਹ ਸਭ ਮਾਇਆ ਦਾ ਮੋਹ ਹੈ। ਕਿਉਂਕਿ ਮੋਹ ਅਤੇ ਪ੍ਰੇਮ ਵੇਖਣ ਨੂੰ ਇੱਕੋ ਜਿਹੇ ਲੱਗਦੇ ਨੇ, ਪਰ ਮੋਹ ਅਤੇ ਪ੍ਰੇਮ ਦਾ ਇੱਕ ਪੱਖ ਬੜਾ ਬਾਰੀਕ ਸਿਆਣਿਆਂ ਨੇ ਅਲੱਗ-ਅਲੱਗ ਕੀਤਾ ਹੈ। ਪ੍ਰੇਮ ਦੇ ਵਿੱਚ ਅਗਰ ਤੁਸੀਂ ਕਿਸੇ ਤੋਂ ਵਿਛੜਦੇ ਹੋ ਤੇ ਮਨ ਵਿੱਚ ਵਿਰਾਗ ਤੇ ਥੋੜ੍ਹਾ ਜਿਹਾ ਹੁੰਦਾ ਹੈ, ਪਰ ਇੱਕ ਤਰਵਾਸ ਹੁੰਦਾ ਹੈ। ਵਿਛੜੇ ਥੋੜ੍ਹਾ ਅਲੱਗ ਥੋੜ੍ਹਾ ਹੋਏ, ਥੋੜ੍ਹੀ ਦੂਰੀ ਬੜੀ ਆ ਨਾ। ਪ੍ਰੇਮ ਸਾਨੂੰ ਦੂਜੇ ਦੀ ਤਰੱਕੀ ਵਾਸਤੇ ਪ੍ਰੇਰਿਤ ਕਰਦਾ ਹੈ। ਪ੍ਰੇਮ ਸਾਨੂੰ ਦੂਜੇ ਦੇ ਭਲੇ ਵਾਸਤੇ ਆਪੇ ਆਪ ਦੀ ਕੁਰਬਾਨੀ ਕਰ ਦੇਣ ਵਾਸਤੇ ਬਲ ਦਿੰਦਾ ਹੈ। ਪਰ ਚੇਤਨਾ ਮੋਹ ਆਪਣੇ ਭਲੇ ਵਾਸਤੇ ਦੂਜੇ ਦੀ ਕੁਰਬਾਨੀ ਮੰਗਦਾ ਹੈ। ਬਸ ਇਤਨੇ ਫਰਕ ਹੈ। ਪ੍ਰੇਮ ਕੁਰਬਾਨੀ ਕਰਵਾ ਦਿੰਦਾ ਹੈ। ਪ੍ਰੇਮੀ ਜਨ ਆਪਣੇ ਪਿਆਰਿਆਂ ਲਈ ਕੁਰਬਾਨੀਆਂ ਕਰਦੇ ਨੇ। ਆ ਭਗਤਾਂ ਨੂੰ ਦੇਖਿਆ, ਗੁਰਸਿੱਖਾਂ ਨੂੰ ਦੇਖਿਆ, ਸ਼ਹੀਦਾਂ ਨੂੰ ਦੇਖਿਆ। ਦੇਸ਼ ਕੌਮ ਤੇ ਨਾਂ 'ਤੇ ਬਹੁਤ ਅਲੱਗ-ਅਲੱਗ ਪੱਖ ਨੇ, ਜਿਹਨੂੰ ਵੀ ਪ੍ਰੇਮ ਕਰਦੇ ਨੇ, ਕੁਰਬਾਨੀਆਂ ਕਰਦੇ ਨੇ। ਪਰਿਵਾਰ ਦੇ ਪ੍ਰਤੀ ਵੀ ਲੋਕ ਆਪਣੇ ਬੱਚਿਆਂ ਨੂੰ ਪ੍ਰੇਮ ਕਰਦੇ ਨੇ, ਬੱਚਿਆਂ ਵਾਸਤੇ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੰਦੇ ਨੇ। ਅਸਾਂ ਵੇਖਿਆ ਲੋਕ ਆਪਣੇ ਪਰਿਵਾਰ ਨੂੰ ਪ੍ਰੇਮ ਕਰਦੇ ਨੇ, ਆਪਣੀ ਸਾਰੀ ਜ਼ਿੰਦਗੀ ਸਟਰਗਲ 'ਚ ਪਾ ਕੇ ਵੀ ਲੋਕ ਆਪਣੇ ਪਰਿਵਾਰ ਦੀ ਸਹੂਲਤਾਂ ਲਈ ਕੰਮ ਕਰਦੇ ਨੇ। ਪਰ ਜਿੱਥੇ ਮੋਹ ਹਾਵੀ ਹੋ ਜਾਂਦਾ ਹੈ, ਉੱਥੇ ਦੂਜੇ ਨੂੰ ਕੁਰਬਾਨ ਕਰ ਦਿੰਦਾ ਹੈ। ਆਪਣੇ ਆਪ ਨੂੰ ਸੇਫ ਰੱਖਦਾ ਕਈ ਵਾਰ ਮੋਹ ਆਸ਼ਰਿਤ ਲੋਕਾਂ ਨੂੰ ਵੇਖੇ, ਉਹ ਆਪਣੇ ਬੱਚਿਆਂ ਦੇ ਕੈਰੀਅਰ ਤਬਾਹ ਕਰ ਦਿੰਦੇ ਨੇ। ਔਰ ਗਲਤੀ ਦੇ ਨਾਲ ਕਰਦੇ ਨੇ, ਜਾਣਬੁੱਝ ਕੇ ਤਾਂ ਪਤਾ ਹੀ ਲੱਗਦਾ ਉਹਨਾਂ ਨੂੰ ਨਹੀਂ ਮੋਹ ਹੈ। ਬਸ ਮੋਹ ਵਿੱਚ ਗਲਤਾਨ ਐਸਾ ਜਾਲ ਪੈਂਦਾ ਹੈ ਕਿ ਬਹੁਤ ਸਾਲਾਂ ਬਾਅਦ ਪਤਾ ਲੱਗਦਾ ਵੀ ਇਹ ਗਲਤ ਸੀਗਾ। ਮੋਹ ਹਮੇਸ਼ਾ ਦੂਜੇ ਦੀ, ਸਾਹਮਣੇ ਵਾਲੇ ਦੀ ਕੁਰਬਾਨੀ ਲੈ ਜਾਂਦਾ ਹੈ, ਅਤੇ ਪ੍ਰੇਮ ਆਪਣੇ ਆਪ ਨੂੰ ਕੁਰਬਾਨ ਕਰ ਦੇਣ ਦਾ ਬਲ ਦੇ ਦਿੰਦਾ ਹੈ। ਜਿੱਥੇ ਮੋਹ ਆ ਜਾਂਦਾ ਹੈ, ਉਦੋਂ ਇਹ ਰਸ ਛੁੱਟ ਜਾਂਦਾ ਹੈ। ਜੋ ਨਾਮ ਰਸ ਹੈ ਨਾ, ਜੋ ਇੱਥੇ ਬੈਠ ਕੇ ਸਾਨੂੰ ਪ੍ਰਾਪਤ ਹੋਣਾ ਹੈ, ਜੋ ਸਾਡੇ ਹਿਰਦੇ ਰੂਪੀ ਭਾਂਡੇ 'ਚ ਪੈਣਾ ਹੈ, ਉਹ ਕਈ ਵਾਰ ਇਸ ਮੋਹ ਲਾਲਚ ਆਦਿਕ ਵਿਕਾਰਾਂ ਕਰਕੇ ਛੁੱਟ ਜਾਂਦਾ। ਕਿਉਂਕਿ ਜਾਂ ਸਾਕਤ ਦੁਰਮਤ ਲਾਗਾ, ਜਦੋਂ ਹੀ ਇਹ ਮਨੁੱਖ ਮਾੜੀ ਮੱਤ ਵਿੱਚ ਜੁੜਦਾ ਹੈ ਤੇ ਚੰਗੀ ਮੱਤ ਛੁੱਟ ਜਾਂਦੀ ਤੇ ਉਹ ਨਾਮ ਰਸ ਛੁੱਟ ਜਾਂਦਾ। ਹੁਣ ਸਮਝ ਸਕੇ ਅਗਲਾ ਪੱਖ ਅੰਦਰ ਹੈ ਕੀ ਕੁਝ, ਕਿੱਥੋਂ ਕੀ ਮਿਲਦਾ। ਮਨ ਕਾ ਜੀਉ ਪਵਨ ਪਤ, ਮਨ ਦਾ ਜੀਉ ਕੌਣ ਹੈ? ਅਸੀਂ ਸਾਰੇ ਮੰਨਦੇ ਹਾਂ, ਕਿਸੇ ਤਨ ਕਰਕੇ ਇੱਕ ਦੂਜੇ ਨੂੰ ਜਾਣਦੇ ਹਾਂ। ਆਪਣੇ ਬਾਰੇ ਤਾਂ ਚਲੋ ਜਾਣਦੇ ਹੀ ਹਾਂ। ਸਾਡੇ ਅੰਦਰ ਕਿਹੜੀ ਚੀਜ਼ ਸਾਨੂੰ ਸਭ ਤੋਂ ਬਲਵਾਨ ਲੱਗਦੀ ਹੈ, ਕਿਹੜੀ ਚੀਜ਼ ਸਾਨੂੰ ਸਭ ਤੋਂ ਵੱਧ ਕਿਰਿਆਤਮਕ ਪੱਖ ਕਰਵਾਉਂਦੀ ਹੈ, ਅਤੇ ਪਤਾ ਲੱਗਾ ਜੀ ਮਨ ਹੀ ਸਭ ਕੁਝ ਕਰਦਾ ਹੈ। ਮਨ ਹੀ ਸਦਕੇ ਸਾਰਾ ਕੁਝ ਕਿਰਿਆਵਾਂ ਕੀਤੀਆਂ ਜਾਂਦੀਆਂ ਨੇ। ਕੁਛ ਦਿਨ ਪਹਿਲਾਂ ਸ਼ਾਇਦ ਆਪ ਨੂੰ ਯਾਦ ਹੋਵੇ, ਸੰਧਿਆ ਦੇ ਸਮੇਂ ਬੈਠੇ ਸਾਂ, ਗੁਰੂ ਨਾਨਕ ਸਾਹਿਬ ਦੀ ਗਾਥਾ ਪੜ੍ਹ ਰਹੇ ਸਾਂ, ਅਤੇ ਗੁਰੂ ਨਾਨਕ ਸਾਹਿਬ ਦੀ ਗਾਥਾ ਦੇ ਵਿੱਚ ਰਾਏ ਬੁਲਾਰ ਜੀ ਦੇ ਨਾਲ ਗੁਰੂ ਨਾਨਕ ਸਾਹਿਬ ਦਾ ਸੰਵਾਦ ਸੀ। ਅਤੇ ਉਹਦੇ ਵਿੱਚ ਜ਼ਿਕਰ ਸੀ ਵੀ ਰਾਏ ਬੁਲਾਰ ਜੀ ਕਹਿ ਰਹੇ ਨੇ, ਮੇਰਾ ਸਰੂਪ ਕੀ ਹੈ, ਮੈਂ ਕੀ ਹਾਂ, ਮੈਨੂੰ ਦੱਸੋਗੇ? ਅਤੇ ਸਤਿਗੁਰੂ ਕਹਿਣ ਲੱਗੇ ਵੀ ਤੁਸੀਂ ਆਪਣੇ ਆਪ ਨੂੰ ਕੀ ਮੰਨਦੇ ਹੋ? ਕਹਿਣ ਲੱਗਾ ਜੀ ਮੈਂ ਰਾਏ ਬੁਲਾਰਾ, ਏਡਾ ਵੱਡਾ ਪਰਿਵਾਰ ਹੈ, ਇੰਨੀ ਭੋਏ ਜ਼ਮੀਂਦਾਰੀ ਮਾਲਕੀ ਮੇਰੀ, ਮੈਂ ਰਾਜਾ ਹਾਂ। ਸਤਿਗੁਰੂ ਕਹਿਣ ਲੱਗੇ ਕਿੱਥੇ ਬੈਠੇ ਹੋ? ਕਹਿਣ ਲੱਗੇ ਮੰਜੇ 'ਤੇ। ਹੁਣ ਰਾਜੇ ਹੋ? ਕਹਿਣ ਲੱਗੇ ਨਹੀਂ, ਹੁਣ ਤੇ ਰਾਜਾ ਨਹੀਂ, ਹੁਣ ਤੇ ਬਜ਼ੁਰਗ ਹਾਂ। ਹੁਣ ਤੇ ਰਾਏ ਬੁਲਾਰ ਤੇ ਹਾਂ, ਪਰ ਇੱਕ ਬੁੜਾ ਬੰਦਾ, ਇੱਕ ਬਜ਼ੁਰਗ ਬੰਦਾ ਹਾਂ। ਸਰੀਰ ਹੀ ਸਰੀਰ ਰਹਿ ਗਿਆ, ਉਹ ਵੀ ਉੱਠਦਾ ਨਹੀਂ, ਤੁਰਨਾ ਔਖਾ ਹੈ। ਕਹਿਣ ਲੱਗੇ ਹੋਰ ਅੱਗੇ ਚਲੋ, ਤੁਸੀਂ ਸਰੀਰ ਨਹੀਂ ਹੋ। ਫਿਰ ਕਹਿਣ ਲੱਗੇ ਅੱਛਾ ਮੈਂ ਸਰੀਰ ਨਹੀਂ ਆ, ਅਤੇ ਹੱਥ ਪੈਰ, ਅੱਖ, ਮੂੰਹ, ਨੱਕ ਜੋ ਇੰਦਰੀਆਂ ਨੇ, ਇਹਨਾਂ ਦੇ ਕਰਕੇ ਸਾਰੀ ਕਿਰਿਆ ਹੁੰਦੀ। ਮੈਂ ਸਮਝਦਾ ਆਪਣੇ ਆਪ ਨੂੰ ਮੇਰੀ ਇੰਦਰੀਆਂ ਹੀ ਕੰਮ ਕਰਦੀਆਂ। ਸਤਿਗੁਰੂ ਕਹਿਣ ਲੱਗੇ ਨਹੀਂ, ਅੱਗੇ ਚੱਲੋ। ਫਿਰ ਕਹਿਣ ਲੱਗਾ ਜੀ ਮਨ, ਸਾਰੇ ਕੰਮ ਤੇ ਮਨ ਕਰਕੇ, ਆਪਾਂ ਵੀ ਸਾਰੇ ਜਿੱਥੇ ਬੈਠੇ ਮਨ ਕਰਕੇ ਸੁਣਦੇ, ਮਨ ਕਰਕੇ ਕਰਦੇ। ਮਨ ਹੈ ਤੇ ਅੱਖਾਂ ਨਹੀਂ ਦੇਖਿਆ ਜਾਏਗਾ, ਅੱਖਾਂ ਥੋੜ੍ਹਾ ਦੇਖਦੀਆਂ ਨੇ, ਅਸੀਂ ਦੇਖਦੇ ਹਾਂ। ਅੱਜ ਸਤਿਗੁਰੂ ਥੋੜ੍ਹਾ ਜਿਹਾ ਖੁਲਾਸਾ ਕਰਦੇ ਨੇ, ਪਰ ਬਹੁਤ ਡੀਪ ਨਹੀਂ ਜਾਂਦੇ।
ਸਾਡੇ ਅੰਦਰ ਜੋ ਮਨ ਹੈ, ਮਨ ਕਰਕੇ ਸਭ ਕੁਝ ਹੈ, ਅਤੇ ਮਨ ਹੀ ਬਦਲਾਵ ਦਾ ਗੁਰਬਾਣੀ 'ਚ ਬਹੁਤਾ ਜ਼ਿਕਰ ਹੈ, ਕਿਉਂਕਿ ਇੰਦਰੀਆਂ ਨੂੰ ਬਦਲਿਆ ਨਹੀਂ ਜਾ ਸਕਦਾ। ਇਹ ਤਾਂ ਆਪਸ਼ਨ ਹੀ ਕੋਈ ਨਹੀਂ ਨਾ। ਇੱਥੇ ਮੈਡੀਕਲ ਲਾਈਨ ਦੇ ਵਿੱਚ ਥੋੜ੍ਹਾ ਬਹੁਤਾ ਸਰੀਰਕ ਪੱਖ ਹੋਣਾ ਆਰੰਭ ਹੋ ਗਿਆ ਵੀ ਅਸੀਂ ਭਾਈ ਸਰੀਰਕ ਤੌਰ 'ਤੇ ਥੋੜ੍ਹਾ ਬਹੁਤਾ ਟਰਾਂਸਪਲਾਂਟ ਕਰ ਲੈਂਦੇ ਹਾਂ, ਪਰ ਚੇਤਾ ਰੱਖਣਾ ਇਹ ਤਦ ਹੀ ਟਰਾਂਸਪਲਾਂਟ ਕੰਮ ਕਰਦੇ ਨੇ ਜੇ ਅੰਦਰ ਜਾਨ ਹੋਏ, ਅਤੇ ਜੇ ਜਾਨ ਨਾ ਹੋਵੇ ਤਾਂ ਫਿਰ ਕੁਛ ਵੀ ਤਾਂ ਨਹੀਂ। ਅਸਾਂ ਦਾ ਸਾਰਾ ਕੰਮ ਮਨ 'ਤੇ ਨਿਰਭਰ ਹੈ। ਅਤੇ ਮਹਾਰਾਜ ਕਹਿਣ ਲੱਗੇ ਚੱਲ ਇੰਨੀ ਗੱਲ ਕਰ, ਤੂੰ ਮਨ ਰੂਪ ਹੈ ਨਾ। ਅਸੀਂ ਕਹਿੰਦੇ ਮਨ ਕਰਕੇ ਪੜ੍ਹਦੇ, ਮਨ ਕਰਕੇ ਸੁਣਦੇ, ਮਨ ਕਰਕੇ ਬੋਲਦੇ, ਜਪ ਕਰਦੇ ਹਾਂ, ਸਿਮਰਨ ਕਰਦੇ ਹਾਂ, ਮਨ ਟਿਕਦਾ ਕਿ ਨਹੀਂ ਟਿਕਦਾ ਸਾਡੀ ਸਮੱਸਿਆ ਹੈ। ਮਨ ਦੀ ਤਾਕਤ ਕੌਣ ਹੈ? मन का जीव कौन है? मन की ताकत कौन है? देख के मन का जीव पवनपत। पवनपत कौन है? पवनपत आम तौर पर प्राण शक्ति कहते, परमात्मा कहते, जो प्राणा का भी मालक है। और असीं हौली हौली मनते हाँ कि असीं शरीर करके गल्लां सारियां मन करके करते हाँ, पर ये सारी एक्टिविटी तन ते मन की जितनी भी एक्टिविटी इंद्रियां करके होंदी है, ये सारी प्राण शक्ति दे करके होंदी है। जदों प्राण शक्ति कमज़ोर हो जाती है उदों सारी एक्टिविटीज़ अपने आप स्लो डाउन हो जांदियां ने, जिन्हों असीं बजुर्गी कहने आ, उम्र दराज अवस्था वा, एक ही इस हौली हौली साड़ी प्राण शक्ति घटन लग पैंदी है। अचनचेत कुदरती है। प्राण शक्ति घट ज्यों ज्यों घटदी है त्यों त्यों साड़ियां इंद्रियां ये अंग शिथिल होने लग पैंदे ने। तकरीबन सारे जोड़ कमज़ोर होने लग पैंदे ने, जिन्हों आपां कहने हुण शरीर कमज़ोरी महसूस करता है, हुण उठना औखा हो जाता है, तुरना औखा हो जाता है। सारे जिहड़े असीं अज तो जी 30 साल की 40 साल की उम्र तो लैके अज जिहड़े बजुर्ग बैठे हो, कल्पना करना कि 30-40 साल की उम्र ते अज 70-80 की उम्र विच कि सब कुछ सेम है। शरीर तो बिल्कुल उदां दा ही, उन्ने ही अंग ने, भार भी शायद उन्ना वध घट होए, पर नहीं, ताकत घटी है। अगर कुछ घटिया है तो एक जान घटी है, जिन्होंने पंजाबी च आपां जान कह देते हैं। हुण जान नहीं रहेगी। उस जान के सदके साहित्यक लोग प्राण शक्ति कहते हैं। उस प्राण शक्ति के सदके ही देखा जाता है, सुनिया जाता है, बोलिया जाता है। इस उसे करके ज्ञानियों ने 10 रूप मन्ने ने, 10 ही इंद्रियां ने ते प्राण शक्ति के 10 ही स्वरूप ने। शरीर की एक्टिविटी चलाने वास्ते 10 पक्षों च वक्खो वखरा ये जान काम करती है, शरीर प्राण शक्ति काम करती है। कह लगे मन को एक्टिवेट करती है प्राण शक्ति, जान है। मन का जीव पवनपत, मन को ताकत दे रहे ने प्राण। प्राण कित्थे ने? देही। ये सारा वरतारा मिल के बनता एक शरीर देही। शायद ही गुरबाणी च एक देही के बाबत बहुत बारीक जो शब्द है, देही गुप्त विदेही दिसै। जो सानू दिस रहा असीं इसनूं देही कहने आ। अज नूं आपां शरीर भी कह देने आ, आम पंजाबी च आपां इसनूं देह कह देने आ, फलाणे दी देह बड़ी भारी है, बड़ा देही। मन का जीव पवनपत, मन का जो ताकत है, मन की जो शक्ति है, मन जो निर्भर करता है पवनपत ते, प्राणा ते, ताकत ते, तो की है देही। देही तो भाव इत्थे है सूक्ष्म शरीर, जिहड़ा जिसनूं असीं कदे कदे मैं कहिंदे हां। मैं असीं कहदे ना मेरा मन। अज इत्थे बैठे हैं जी, की करिए, मेरा सिर दुखदा है, आम बोल है साडा ना। की करिए, उठन लगे मेरे गोडे दुखदे ने, मेरा पिठ दुखदी है। पिछे मैं की है? फिर मैं इहदे विच इहदे अंदर होर कुछ हाँ जो वरत रहा हाँ। सिर मेरा है, हाथ मेरे, पैर मेरे, गोडे मेरे, पिठ मेरी है। असीं बहुत सारे ऐसे वचन, तकरीबन हर अंग नूं की कहने मेरे। अज की करिए, मेरा पेट खराब है, अज की करिए, मेरी पिठ दर्द करती है। यानी कि सारे अंग वरतन वास्ते मैनूं मिले ने, मिल के एक शरीर बनिया। तो मैं इहदे विच हां, मैं सूक्ष्म देही हाँ, जो दिसदी नहीं। इसे करके एक शब्द होर कदे कदे देह विदेह हो जाना। अभ्यासी लोग शरीर तो बाहर निकल जाते रहे ने। ऐसे अभ्यासियों के नाम इतिहास दी साखियां चों असीं पढ़दे हां। अज भी अभ्यास किया जा सकता है। तुसीं ध्यान प्राणायाम शक्ति करदे करदे ध्यान टिक जाता है। ध्यान टिकण ते ध्यान बल दे नाल
ਅਸੀਂ ਸਰੀਰ ਤੋਂ ਬਾਹਰ ਜਾ ਕੇ ਕੁਝ ਕਰਮ ਕਰਦੇ ਹਾਂ। ਸਾਨੂੰ ਤਾਂ ਪਤਾ ਨਹੀਂ ਲੱਗਦਾ, ਪਰ ਅਸੀਂ ਕਰਦੇ ਸਾਰੇ ਹੀ ਹਾਂ। ਕਈ ਵਾਰ ਵੇਖਿਆ ਹੋਣਾ, ਬੈਠੇ ਇੱਥੇ ਹਾਂ ਅਤੇ ਚਿੰਤਨ ਸਾਨੂੰ ਕਾਹਦਾ ਹੈ? ਘਰ ਦਾ। ਉਦੋਂ ਇਸ ਸਰੀਰ ਦਾ, ਇਸ ਥਾਂ ਦਾ ਚਿੰਤਨ ਨਹੀਂ ਦਾ। ਅਤੇ ਜਦੋਂ ਉਸੇ ਕਲਪਨਾ ਨੂੰ, ਉਸੇ ਧਿਆਨ ਨੂੰ ਬਹੁਤ ਗਹਿਰਾ ਲੈ ਲਈਏ, ਫਿਰ ਜਿੱਥੇ ਬੈਠੇ ਹਾਂ ਉਹ ਥਾਂ ਭੁੱਲ ਜਾਂਦਾ ਹੈ, ਅਤੇ ਜਿਹਦੇ ਬਾਰੇ ਸੋਚਦੇ ਹਾਂ ਉਹ ਥਾਂ ਧਿਆਨ 'ਚ ਪ੍ਰਗਟ ਹੋ ਜਾਂਦਾ ਹੈ। ਅਸੀਂ ਫਿਰ ਉੱਥੇ ਵਰਤਣ ਲੱਗ ਪੈਂਦੇ ਹਾਂ। ਜਿਹਦੀ ਸਾਡੀ ਰਹੱਸਵਾਦੀ ਆਮ ਸਾਖੀ ਹੈ, ਨਮਾਜ਼ ਪੜ੍ਹਦੇ ਹੋਏ ਕਾਬਲ ਦੇ ਘੋੜੇ ਖਰੀਦੇ ਜਾ ਰਹੇ। ਇਹ ਆਮ ਸਾਡੇ ਇੱਕ ਸਾਖੀ ਹੈ ਕਿ ਮਹਾਰਾਜ ਜੀ ਦੌਲਤ ਖਾਂ ਨਵਾਬ ਦੇ ਨਾਲ ਮਸੀਤ ਵਿੱਚ ਖਲੋਤੇ ਨੇ ਅਤੇ ਨਮਾਜ਼ ਪੜ੍ਹਨ ਦੀ ਗੱਲ ਹੋਈ ਹੈ। ਨਮਾਜ਼ ਪੜ੍ਹਨ ਲੱਗੇ ਨੇ ਅਤੇ ਮਹਾਰਾਜ ਨੇ ਨਮਾਜ਼ ਅਦਾ ਕਰਦੇ, ਨਵਾਬ ਅਤੇ ਕਾਜੀ ਕਰਦੇ ਨੇ। ਅਤੇ ਜਦੋਂ ਗੁੱਸਾ ਕਰਦੇ ਕਿ ਤੁਸੀਂ ਨਹੀਂ ਕੀਤਾ, ਤਾਂ ਮਹਾਰਾਜ ਕਹਿੰਦੇ ਕਿ ਤੁਸੀਂ ਕਿਹੜਾ ਇੱਥੇ ਨਮਾਜ਼ ਅਦਾ ਕੀਤੀ ਹੈ? ਕਹਿਣ ਲੱਗੇ ਅਸੀਂ ਤੁਹਾਡੇ ਸਾਹਮਣੇ ਨਮਾਜ਼ ਅਦਾ ਕੀਤੀ। ਮਹਾਰਾਜ ਕਹਿਣ ਲੱਗੇ ਮੇਰੇ ਸਾਹਮਣੇ ਤਾਂ ਉੱਠੇ ਬੈਠੇ ਬਸ ਇੰਨਾ ਹੀ ਕੰਮ ਕੀਤਾ। ਕਦੇ ਗੋਡਿਆਂ ਪਰਨੇ ਹੋ ਗਏ, ਕਦੇ ਹੱਥ ਪਿੱਠ 'ਤੇ ਆ ਗਏ, ਕਦੇ ਕੰਨਾਂ 'ਤੇ ਆ ਗਏ, ਇੰਨਾ ਹੀ ਕੰਮ ਕੀਤਾ। ਨਵਾਬ ਸਾਹਿਬ ਤੁਸੀਂ ਤਾਂ ਤੁਹਾਨੂੰ ਸੱਚ ਨਹੀਂ ਕਿ ਕਾਬਲ ਦੇ ਬਾਜ਼ਾਰ ਵਿੱਚ ਸੀਗੇ, ਤੁਸੀਂ ਘੋੜੇ ਦੇਖ ਰਹੇ ਸੀ? ਕਹਿਣ ਲੱਗਾ ਸੱਚ ਹੈ, ਮੇਰਾ ਸਾਰਾ ਹੀ ਸਮਗਰ ਧਿਆਨ ਕਾਬਲ ਦੇ ਬਾਜ਼ਾਰ ਵਿੱਚ ਸੀ। ਅਤੇ ਅਸੀਂ ਇੱਥੇ ਬੈਠੇ ਕਿੰਨੇ ਜੀ ਹੁੰਦੇ ਆ, ਜੋ ਇੱਥੇ ਪਾਠ ਹੁੰਦਾ, ਕਥਾ ਹੁੰਦੀ, ਕੀਰਤਨ, ਅਰਦਾਸ ਹੁੰਦੀ, ਕਿ ਅਸੀਂ ਇੱਥੇ ਹੀ ਹੁੰਦੇ ਹਾਂ। ਕਿ ਮੈਂ ਕਰਨਾ ਮੇਰੇ ਵਰਗੇ ਅਰਦਾਸੀ ਵੀ ਇੱਥੇ ਨਹੀਂ ਹੁੰਦੇ, ਖਲੋਤੇ ਇੱਥੇ ਹੁੰਦੇ ਆ, ਲਫ਼ਜ਼ ਬੋਲ ਰਹੇ ਹੁੰਦੇ ਆ, ਕਿਉਂਕਿ ਰਟੇ ਹੋਏ ਨੇ। ਪਰ ਆਪ ਤੇ ਕਿਤੇ ਹੋਰ ਹੋਈਦਾ ਨਾ, ਉਹ ਜੋ ਕਿਤੇ ਹੋਰ ਆ, ਮੈਂ ਤੇ ਉਹ ਆ ਨਾ। ਅਸਲ ਰੂਪ 'ਚ ਅਸੀਂ ਉਹ ਹੈ ਦੇਹੀ ਮੈਂ, ਉਹ ਇਸ ਸਰੀਰ ਦੇ ਵਿੱਚ ਰਹਿ ਰਿਹਾ। ਮਨ ਕਾ ਜੀਉ ਪਵਨ ਪਤ ਦੇਹੀ, ਮਨ ਨੂੰ ਐਕਟੀਵੇਟ ਕਰਦਾ ਹੈ, ਮਨ ਨੂੰ ਚਲਾ ਰਿਹਾ ਹੈ। ਪ੍ਰਾਣ ਦੀ ਸ਼ਕਤੀ ਮਨ ਨੂੰ ਤਾਕਤ ਦੇ ਰਹੀ, ਜੋ ਪ੍ਰਾਣਪਤੀ ਪਰਮਾਤਮਾ ਦਾ, ਪਰਮਾਤਮਾ ਤੋਂ ਪ੍ਰਾਪਤ ਹੁੰਦੇ ਨੇ ਪ੍ਰਾਣ ਸ਼ਕਤੀ ਕਰਕੇ। ਜਿਵੇਂ ਸਾਨੂੰ ਬਿਜਲੀ ਤੋਂ ਅਸੀਂ ਆਪਣੇ ਬੈਟਰੀ ਨੂੰ ਬਿਜਲੀ ਨਾਲ ਕਨੈਕਟ ਕਰਦੇ ਅਤੇ ਕੁਝ ਸਮਾਂ ਅਸੀਂ ਕਹਿੰਦੇ ਬੈਟਰੀ ਚਾਰਜ ਹੋ ਗਈ, ਹੁਣ ਉਸ ਨੂੰ ਅਸੀਂ ਬਿਜਲੀ 'ਤੇ ਕਨੈਕਟਿੰਗ ਤੋਂ ਡਿਸਕਨੈਕਟ ਕਰਕੇ ਜਿੱਥੇ ਮਰਜ਼ੀ ਵਰਤ ਲਓ। ਇਵੇਂ ਹੀ ਪ੍ਰਾਣ ਕਰਤੇ ਤੋਂ ਸਾਨੂੰ ਪ੍ਰਾਪਤ ਹੁੰਦੇ ਨੇ ਧਿਆਨ ਦੇ ਸਦਕੇ, ਜਿਹਨੂੰ ਆਪਾਂ ਸਿਮਰਨ ਕਹਿੰਦੇ। ਸਿਮਰਨ ਧਿਆਨ, ਨਿਰਾ ਧਿਆਨ ਸੁਖ ਜੀਰੋ ਦਾ ਇੱਕ ਵੱਖਰੀ ਗੱਲ ਹੈ, ਜਪ ਇੱਕ ਅਲੱਗ ਗੱਲ ਹੈ। ਜਦ ਸਿਮਰਨ ਧਿਆਨ ਹੁੰਦਾ ਹੈ ਅਤੇ ਉਦੋਂ ਇਹ ਪ੍ਰਾਣ ਸ਼ਕਤੀਆਂ ਦਾ ਸੰਚਾਰ ਵੱਧਦਾ ਹੈ। ਇਸੇ ਕਰਕੇ ਜਿਤਨੇ ਅਭਿਆਸੀ ਗੁਰਮੁਖ ਵਡੇਰੇ ਬਜ਼ੁਰਗ ਨੇ, ਉਮਰ ਕਰਕੇ ਭਾਵੇਂ ਕਿਤਨੇ ਵੱਡੇ ਹੋਣ, ਪਰ ਚੇਤਨ ਅਤੇ ਬਲਵਾਨ ਰਹਿੰਦੇ ਨੇ। ਬਾਬਾ ਦੀਪ ਸਿੰਘ ਸਾਹਿਬ ਜੀ ਉਮਰ ਕਰਕੇ ਤੇ ਵਡੇਰੇ ਨੇ, ਪਰ ਚੇਤਨ ਅਤੇ ਬਲਵਾਨ ਬਹੁਤ ਨੇ। ਬਾਬਾ ਬੁੱਢਾ ਸਾਹਿਬ ਜੀ 125 ਸਾਲ ਦੀ ਉਮਰ ਹੰਡਾਉਂਦੇ ਨੇ, ਚੇਤਨ ਅਤੇ ਬਲਵਾਨ ਰਹਿੰਦੇ ਨੇ। ਬੜੇ ਬਜ਼ੁਰਗਾਂ ਦੇ ਨਾਮ ਨੇ ਜੋ ਚੇਤਨ, ਅਤੇ ਕਿਉਂ? ਕਿਉਂਕਿ ਸਿਮਰਨ ਧਿਆਨ ਕਰਦੇ। ਨਾ ਤਾਂ ਇਕੱਲਾ ਉਹ ਜਿਹੜਾ ਸਾਡਾ ਅੱਜ ਕੱਲ੍ਹ ਸੁੱਕਾ ਮੈਡੀਟੇਸ਼ਨ ਇਹੋ ਜਿਹਾ ਕਰਦੇ, ਅਤੇ ਨਾ ਸਾਡੇ ਵਾਂਗੂ ਉੱਚੀ ਉੱਚੀ ਬੋਲ ਬੋਲ ਕੇ ਵਾਹਿਗੁਰੂ ਵਾਹਿਗੁਰੂ ਕਰਦੇ। ਉਹ ਪ੍ਰੇਮ ਦੇ ਵਿੱਚ ਸਿਮਰਨ ਧਿਆਨ ਕਰਦੇ ਨੇ, ਔਰ ਇਹੀ ਸਾਨੂੰ ਕਰਨ ਦੀ ਜ਼ਰੂਰਤ ਹੈ। ਉਹਦੇ ਨਾਲ ਪ੍ਰਾਣ ਸ਼ਕਤੀ ਸੰਚਰਿਤ ਹੁੰਦੀ ਹੈ, ਪਰਮਾਤਮਾ ਦਾ ਜਿਹਨੂੰ ਅਸੀਂ ਕਹਿੰਦੇ ਹਾਂ ਜਾਨ ਵੱਧਦੀ, ਬਿਮਾਰੀਆਂ ਤੋਂ ਬਚਦਾ। ਉਹਨੇ ਕਿੱਥੇ ਦੇਹੀ ਮਹਿ ਦਿਓ, ਉਹਦੇ ਵਿੱਚ ਕੀ ਹੈ ਜੀ? ਉਹਦੇ 'ਚ ਪ੍ਰਮਾਤਮਾ ਹੈ। ਦੇਵ ਪ੍ਰਮਾਤਮਾ। ਸਰੀਰ ਦੇ ਵਿੱਚ ਮਨ ਹੈ, ਮਨ ਨੂੰ ਚਲਾਉਂਦੇ ਪ੍ਰਾਣ ਨੇ, ਪ੍ਰਾਣਾਂ ਦੇ ਪਿੱਛੇ ਪ੍ਰਮਾਤਮਾ ਹੈ। ਅਤੇ ਪ੍ਰਮਾਤਮਾ ਕਿੱਥੇ? ਇਸ ਦੇਹ ਦੇ ਵਿੱਚ, ਦੇਹ ਪ੍ਰਮਾਤਮਾ 'ਚ। ਮਨ ਕਾ ਜੀਉ ਪਵਨ ਪਤ ਦੇਹੀ ਮੈਂ ਦਿਓ ਸਮਾਗਾ, ਉਹ ਸਮਾਇਆ ਹੋਇਆ, ਜਿਹਨੂੰ ਸਰਲ ਸ਼ਬਦਾਂ 'ਚ ਕਹਿਤਾ ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ ਭਾਈ। ਉਹ ਹਰ ਥਾਂ 'ਤੇ ਹਰ ਵੇਲੇ ਵਸਿਆ ਹੋਇਆ ਜੇ। ਹੌਲੀ ਹੌਲੀ ਫਿਲਾਸਫੀ 'ਚ ਅਸੀਂ ਇਹਦੇ ਪੱਖ ਵੰਡਦੇ ਜਾਂਦੇ ਹਾਂ, ਪਰ ਮੋਟੇ ਤੌਰ ਸਮਝ ਸਕੀਏ ਆ ਸਾਨੂੰ ਉਹਦੇ ਕਲਾ ਦੇ ਸਦਕੇ ਹੀ ਅਸੀਂ ਚੱਲ ਰਹੇ ਹਾਂ, ਬੋਲ ਰਹੇ ਹਾਂ, ਸੁਣ ਰਹੇ ਹਾਂ, ਉਸ ਜੋਤ ਦੇ ਸਦਕੇ ਜਿਸ ਨੂੰ ਰੋਜ਼ ਆਪਾਂ ਪੜ੍ਹ ਲੈਨੇ, ਸਭ ਮੈਂ ਜੋਤ ਹੈ ਸੋਏ, ਤਿਸ ਤੈ ਚਾਨਣ ਸਭ ਮੈਂ ਚਾਨਣ ਹੋਏ। ਉਹ ਪਰਮਾਤਮਾ ਦੀ ਜੋਤ ਹੈ। ਉਹਨੂੰ ਸਮਝਣ ਵਾਸਤੇ ਫਿਰ ਅਸੀਂ ਅਲੱਗ-ਅਲੱਗ ਸਮਝਦੇ ਹਾਂ ਕਿ ਭਾਈ ਉਸ ਜੋਤ ਦੇ ਸਦਕੇ ਪ੍ਰਾਣ ਸ਼ਕਤੀ ਮਿਲਦੀ। ਪ੍ਰਾਣ ਸ਼ਕਤੀ ਸਦਕੇ ਮਨ ਐਕਟੀਵੇਟ ਹੁੰਦਾ, ਮਨ ਚੇਤਨ ਹੋਵੇ ਅਤੇ ਸਰੀਰ ਤੋਂ ਅਲੱਗ-ਅਲੱਗ ਇੰਦਰੀਗਤ ਕਰਮ ਲੈਂਦਾ ਹੈ। ਇਹ ਸਾਰਾ ਸਿਲਸਿਲਾ ਚੱਲਦਾ ਹੈ ਸਟੈਪ ਟੂ ਸਟੈਪ, ਅਤੇ ਸਾਰਿਆਂ ਨੂੰ ਕੇਂਦਰਿਤ ਕਰਦਾ ਹੈ ਪਰਮਾਤਮਾ ਦਾ ਨਾਮ। ਉਹ ਸ਼ਕਤੀ ਨਾਮ ਦੀ, ਇਸੇ ਕਰਕੇ ਗੁਰੂ ਨਾਨਕ ਜੀ ਕਹਿੰਦੇ ਨੇ ਕੋਈ ਨਾਮ ਦੀ ਸ਼ਕਤੀ ਹੈ, ਉਹ ਨਾਮ ਦੀ ਜੋਤ ਹੈ, ਔਰ ਉਹੀ ਜੋਤ ਜੀਵਨ ਦੀ ਜੋਤ ਹੈ। ਉਸੇ ਨੂੰ ਜੀਵਨ ਜੋਤ ਕਹਿੰਦੇ ਨੇ। ਸਭ ਮੈਂ ਜੋਤ ਹੈ ਸੋਏ,
उस जोत के बाबत ही बचन है, जब अपनी जोत खिंचै तू स्वामी। तो जदों किसी चो अपनी जोत कढ़ लैंदा है, फिर शरीर मिट्टी की ढेरी बन के रह जाता। पातशाह कहन लगे हुण ये तो सानू समझ नहीं कहा कि भी जोत ही खेल सारा परमात्मा की जोत का है, तो असां उस परमात्मा की जोत नूं प्राप्त किया होया, पर जुड़ना है। असीं रहिंदे इकट्ठे हो भी डिसकनैक्ट हो चुके हैं, जिथे किया है कि धन पिर का एक ही संगवासा है, इकट्ठे असीं पर विच हऊँ मैं भीत करा रही है। जोत दे नाल हाँ चलदे उहदे सदके ही हाँ, पर उहदे नाल पूरी तरह संबंधित नहीं हो पाए। चेतन करके विचार करके पूरी तरह जुड़ जाइए। किद्दां जुड़ेगा जी? कहणगे जे तू देह। हुण वो जदों जुड़ जावांगे तो रस आ जाएगा। अजो आपां बार बार नाम रस की गल करते हाँ, वो उदों ही आउणा जदों असीं उहदे नाल जुड़ जावांगे। और उस नाम जोत नाल जुड़न वास्ते सानू किधरे भी बाहर भटकण की लोड़ नहीं है। हाँ, गुरमुखां दे सीसां, गुरमुखां दी संगतां, वडेरियां दियां जिन्हां अजकल ब्लैसिंग कहंदे हो, एक काम आउंदियां ने साडी हौमे नूं, साडे भरम नूं, साडे अग्यान नूं मिटाउण लई, ते सानू बल देंदियां तकड़े होके लगे रहो। भी तगड़े होके पढ़ो, तगड़े होके जप करो, एक दिन भरम पड़दा टुट जाएगा, वो चेतन पक्ष जुड़ जाएगा, तो सानू नाम रस आ जाएगा। जिवें दो तारां जुड़दियां ने तो प्रकाश हुंदा है ना। असीं बिजली च वेखिया अर्थ ते करंट दीयां तारां बहुत नज़दीक रखियां होण तद भी कोई ताकत पैदा नहीं हुंदी, ते जदों बहुत नज़दीकी तो सिस्टम दे नाल जोड़ियां जांदियां ने, तो फिर अथाह ताकत बिजली की पैदा हो जाती है। असी सारे जानते हैं अर्थ ते करंट दी तारां किसी सिस्टम दे नाल विधान दे नाल जुड़दियां ने ते पावर जनरेट करदियां ने, ते जदों किसी बिना सिस्टम तो जुड़दियां ने तो फिर अग लगदी है। यही तो सच है ना। आम तौर पर तारां साडियां जुड़ जाण तो की अग लग जाती, पटाके पैंदे ने, पर जदों उन्होंने किसी सिस्टम दे नाल जोड़िया जाता तो पावर जनरेट होती है। फिर जिन्नी मर्जी काम लै लो ना, तो इस तरह करता पुरख की जो शक्ति तो साढ़े कोल है, पर उसनूं सिस्टम दे नाल विधान दे नाल असीं लै लईए तो बड़ी पावर है। जिन्हों भाई साहब गुरदास साहब जी कहते हैं कि किसी घर च अग है तो भोजन पकदा है, पर किसी घर की अग अपना ही घर साड़ पैंदे ने। यह है तो कला करते दी वरत सकी किसी तरह सतरूप, और कुछ इसी तक दे नाल विकार करते हैं। महाराज कहन लगे जे तू देह तां हर रस गाई। महाराज मेरे को तो समझ नहीं आ रही, मेरे को तो ताकत नहीं, मैनू तो माया दे मोह ने इन्ना दबा छड्डिया है कि मैनू उस चेतनता दा पा समझ ही नहीं आ रही कि नाम रस भी है। तुसीं किरपा कर दिओ ना। इसे करके संगत विच कर्मां ते बल दे गल नहीं करते, इत्थे अरदास की गल करते हैं। ये नहीं सी कि काम नहीं करने, पर इतना भी कहते महाराज मेथों हो नहीं रहा, तुसीं करवा दिओ ना, तुसीं दे दिओ ना, मैं नहीं प्राप्त कर पा रहा, मैं कमज़ोर हाँ, निताणा हाँ, निमाणा हाँ, तुसीं ताण वाले हो, तुसीं मान वाले हो, तुसीं समर्थ हो, तुसीं दे दिओ ना। जे तू दे हैं तां हर सकै सच्चे पातशाह तुसीं किरपा कर दिओ ना। तो कहणगे की करेंगा? कहण लगे तुहाडा नाम गुण गावांगा, इस रस नूं माणांगा जो रस प्राप्त होना है, नाम रस। जे तू दे तां हर सगाई, फिर प्राप्त करांगा, तो प्राप्त करन दा इक्को इक तरीका गाउणा पैना है। जे पछे सच्चे पातशाह तुसीं किरपा कर दिओ ते मैं शब्द सदके इस रस नूं गावां, इह चों आनंद माणा। की करेंगा फिर? कहण लगे मन तृप्त है। कहण लगे ਜਿਹੜੇ इस रस नूं जां इंज कह लईए जिन्हां नूं गाउंदिआं रस आउण लग पैंदा है। सानूं गाउणों लिख के आ ना, बहुत बहुत बार असीं पढ़दे गावै को ताण, गावै को गावन तुदनूं, गावै तुहनूं, अलग अलग रूपां दे विच ਸਾਡੇ ਨਾਲ ਗੱਲਾਂ ਕੀਤੀਆਂ ਨੇ। श्री जपजी साहब ਦੇ ਵਿੱਚ बहुत वार ਕੀਤੀਆਂ ਨੇ। सवेरे शाम सानूं वडेरे पढ़ के सुणाਉਂਦੇ ਨੇ कि भी गावैं, ਇਹਦਾ मतलब है रस गायन विच है। शब्द नूं असीं गा सकीए, तरन्नुम दे विच पढ़ सकीए। कहण लगे फिर की मिलेगा? कहण लगे रस मिलेगा। और जितना असीं प्रेम दे नाल रस लैके गावांगे रस मिलेगा। फिर मन तृप्त है, तो फिर मन तृप्त हो जाएगा। ज्यों ज्यों रस आएगा त्यों त्यों मन तृप्त होएगा। और महाराज कहने लगे जे तू दे तां हर सगाई, जे तुसीं किरपा करो तो फिर मैं भी गावां। तो गाउण दे नाल की है? तृप्ति मिलती है। कौन तृप्त होएगा जी? मन तृप्त होएगा।
ਤੇ ਮਨ ਨੂੰ ਹੀ ਤੇ ਸਾਰਾ ਐਕਟੀਵੇਟ ਕੀਤਾ ਜਾ ਰਿਹਾ, ਕਿਉਂਕਿ ਮਨ ਦੇ ਪਿੱਛੇ ਪ੍ਰਾਣ ਨੇ, ਪ੍ਰਾਣ ਦੇ ਪਿੱਛੇ ਪ੍ਰਮਾਤਮਾ ਦੀ ਤਾਕਤ ਉਤਚੇਨ ਹੈ। ਪਰ ਬਾਹਰ ਤੇ ਮਨ ਹੈ ਨਾ, ਸਾਡੇ ਤੇ ਸਾਰੀ ਕਿਰਿਆ, ਸਾਡੇ ਤੇ ਸਾਰੀ ਐਕਟੀਵਿਟੀ ਮਨ ਕਰਕੇ ਹੈ ਨਾ। ਅਸਾਂ ਤੇ ਮਨ ਤੱਕ ਹੀ ਜਾਣਦੇ ਹਾਂ। ਅਸੀਂ ਤੇ ਇਤਨਾ ਹੀ ਕਹਿੰਦੇ ਜੀ ਮੇਰਾ ਮਨ ਨਹੀਂ ਲੱਗਦਾ। ਸਾਡੇ ਤੇ ਮੋਟੇ ਮੋਟੇ ਬੋਲ ਇੰਨੇ ਕੁ ਨੇ ਕਿ ਭਾਈ ਪਾਠ ਤੇ ਕਰਦੇ ਹਾਂ, ਪਰ ਕੀ ਕਰੀਏ, ਮਨ ਨਹੀਂ ਟਿਕਦਾ। ਪਾਠ ਤੇ ਕਰਦੇ ਹਾਂ, ਮਨ 'ਚ ਕੋਈ ਤ੍ਰਿਪਤੀ ਜੀ ਨਹੀਂ ਆਈ, ਮਨ ਬੇਚੈਨ ਹੈ, ਮਨ ਵਿੱਚ ਬੜੇ ਦੁੱਖ ਨੇ, ਮਨ ਦੁਖੀ ਹੈ। ਅਸੀਂ ਇੱਦਾਂ ਹੀ ਕਹਿੰਦੇ ਨਾ, ਮਨ ਬੇਚੈਨ ਹੈ, ਮਨ ਦੁਖੀ ਹੈ, ਮਨ ਢਹਿੰਦੀ ਕਲਾ 'ਚ ਹੈ, ਅੱਜ ਮਨ ਚੜ੍ਹਦੀ ਕਲਾ 'ਚ ਹੈ, ਅੱਜ ਮਨ ਸੁਖੀ ਹੈ। ਸਾਨੂੰ ਤਾਂ ਮਨ ਤੱਕ ਦੇ ਥੋੜ੍ਹਾ ਬਹੁਤਾ ਪਤਾ ਹੈ। ਅਤੇ ਜਦੋਂ ਨਾ ਬਾਣੀ ਪੜ੍ਹਦੇ ਹਾਂ, ਕੀਰਤਨ ਕਰਦੇ ਹਾਂ, ਸੁਣਦੇ ਹਾਂ, ਰਸ ਆਉਣ ਲੱਗ ਪੈਂਦਾ, ਅਤੇ ਕੌਣ ਰੱਜਦਾ? ਮਨ ਰੱਜਦਾ। ਤਨ ਤੇ ਭੋਜਨ ਛਕ ਕੇ ਰੱਜਦਾ, ਫਿਰ ਮਨ ਤ੍ਰਿਪਤ ਹੈ। ਅਤੇ ਜਦੋਂ ਮਨ ਤ੍ਰਿਪਤ ਹੋ ਜਾਂਦਾ, ਫਿਰ ਕੀ ਹੁੰਦਾ? ਹਰ ਲਿਵ ਲਾਗਾ, ਫਿਰ ਵਾਹਿਗੁਰੂ ਜੀ ਨਾਲ ਜੁੜ ਜਾਂਦਾ। ਰੱਜਿਆ ਹੋਇਆ ਮਨ ਹੀ ਜੁੜਦਾ ਜੇ। ਇੱਕ ਸੂਤਰ ਹੈ, ਅਸੀਂ ਪੜ੍ਹਿਆ, ਭੁੱਖ ਹੈ ਭਗਤ ਨਾ ਕੀਜੈ। ਔਰ ਇਹ ਤਨ ਕਰਕੇ ਨਹੀਂ, ਮਨ ਕਰਕੇ ਵੀ ਹੈ। ਜ਼ਰੂਰਤਮੰਦ ਵਿਅਕਤੀ ਨੂੰ ਕਹੋ ਧਿਆਨ ਲਗਾ, ਨਹੀਂ ਲੱਗੇਗਾ। ਕਦੇ ਸਾਨੂੰ ਆਪਣਾ ਤਜਰਬਾ ਕਰਕੇ ਵੇਖਣਾ, ਕੋਈ ਬੜੀ ਵੱਡੀ ਜ਼ਰੂਰਤ ਹੋਵੇ, ਕੋਈ ਪਰਿਵਾਰਕ ਤੌਰ 'ਤੇ ਕੋਈ ਐਸੀ ਸਮੱਸਿਆ ਹੈ, ਬੜੀ ਵੱਡੀ ਜ਼ਰੂਰਤ ਹੈ, ਅਤੇ ਕੋਈ ਗਿਆਨੀ ਕਹੇ ਨਹੀਂ ਨਹੀਂ ਸਿਮਰਨ ਕਰੋ ਬਹਿ ਕੇ। ਠੀਕ ਹੈ, ਬਹਿ ਜਾਵਾਂਗੇ, ਸਿਮਰਨ ਵੀ ਕਰਾਂਗੇ, ਜਪ ਵੀ ਕਰਾਂਗੇ, ਪਰ ਧਿਆਨ ਕਿੱਥੇ ਹੋਏਗਾ? ਉਸੇ ਜ਼ਰੂਰਤ ਵਿੱਚ। ਕਲਪਨਾਵਾਂ, ਗਿਆਨ ਫੁਰਨੇ, ਉਸੇ ਜ਼ਰੂਰਤ ਕਿੱਦਾਂ ਪੂਰੀ ਹੋਏਗੀ? ਕੀ ਕਰਾਂਗੇ? ਕਿਹਨੂੰ ਕਹੀਏ? ਕਿੱਦਾਂ ਬਣੇ? ਧਿਆਨ ਤਾਂ ਉਹਦੇ ਵਿੱਚ ਹੈ ਨਾ। ਅਤੇ ਜਦੋਂ ਥੋੜ੍ਹੇ ਸਮੇਂ ਬਾਅਦ ਮੰਨ ਲਿਆ ਸਨੇਹ ਆ ਗਏ, ਤੇਰੀ ਸਮੱਸਿਆ ਪੂਰੀ ਹੋ ਗਈ, ਉਸ ਸਮੱਸਿਆ ਦਾ ਸਮਾਧਾਨ ਹੋ ਗਿਆ, ਅਤੇ ਫਿਰ ਮਨ ਸ਼ੁਕਰਾਨੇ ਟਿਕ ਜਾਂਦਾ, ਫਿਰ ਮਨ ਜੁੜ ਜਾਂਦਾ। ਯਾਦ ਰੱਖਣਾ, ਮਨ ਰੱਜਿਆ ਹੋਇਆ ਵਿਅਕਤੀ ਹੀ ਭਗਤੀ ਕਰਦਾ ਹੈ। ਤਨ ਕਰਕੇ ਭੁੱਖਾ ਵਿਅਕਤੀ ਕਦੇ ਸਿਮਰਨ ਜਪ ਨਹੀਂ ਕਰ ਪਾਉਂਦਾ। ਅਤੇ ਇਸੇ ਕਰਕੇ ਜਿਹਦੇ ਮਨ 'ਚ ਭੁੱਖਾ ਨੇ, ਜੇ ਕਮਜ਼ੋਰੀਆਂ ਨੇ, ਜ਼ਰੂਰਤਾਂ ਵਾਏ ਖੜੀਆਂ ਨੇ, ਉਹ ਵੀ ਧਿਆਨ ਨਹੀਂ ਜੇ ਲਗਾ ਸਕਦਾ। ਹਾਂ, ਇਹ ਗੱਲ ਅਗਲੀ ਹੈ ਕਿ ਸਾਨੂੰ ਸਮਝ ਆ ਜਾਏ ਕਿ ਭਾਈ ਜੇ ਸਿਮਰਨ 'ਚ ਟਿਕ ਜਾਈਏ ਅਤੇ ਸਾਡੀਆਂ ਮਨ ਦੀਆਂ ਜ਼ਰੂਰਤਾਂ ਜਾਂ ਘਰ ਪਰਿਵਾਰ ਸੰਸਾਰ ਦੇ ਲੋੜਤਾਂ ਸੁਖੈਨ ਪੂਰੀਆਂ ਹੁੰਦੀਆਂ ਰਹਿੰਦੀਆਂ ਨੇ। ਪਰ ਨਹੀਂ ਤੇ ਭੁੱਖੇ ਵਿਅਕਤੀ ਤੋਂ ਭਗਤੀ ਨਹੀਂ ਹੁੰਦੀ। ਤ੍ਰਿਪਤ ਹੋਇਆ ਵਿਅਕਤੀ ਭਗਤੀ ਕਰਦਾ ਹੈ, ਤ੍ਰਿਪਤ ਹੋਇਆ ਵਿਅਕਤੀ ਜਪ ਕਰਦਾ ਹੈ। ਰੱਜਾ ਹੋਇਆ ਵਿਅਕਤੀ ਹੀ ਦਾਨ ਕਰ ਪਾਏਗਾ, ਭੁੱਖਾ ਵਿਅਕਤੀ ਕਦੇ ਦਾਨ ਨਹੀਂ ਕਰ ਪਾਏਗਾ। ਅੱਜ ਕਹਿਣ ਲੱਗੇ ਮਨ ਤ੍ਰਿਪਤ ਹੈ, ਮਨ ਤ੍ਰਿਪਤ ਹੁੰਦਾ ਹੈ, ਹਰ ਲਿਵ ਲਾਗਾ। ਅਤੇ ਤ੍ਰਿਪਤੀ ਤੋਂ ਬਾਅਦ ਵਿੱਚ ਲਿਵ ਲੱਗਦੀ ਜੇ। ਅਸੀਂ ਠੀਕ ਹੈ ਕਹਿ ਦਿੰਦੇ ਲਿਵ ਲੱਗ ਜੇ, ਤ੍ਰਿਪਤ ਹੋਏਗਾ ਨਹੀਂ। ਜੇ ਮਨ ਦੀਆਂ ਜ਼ਰੂਰਤਾਂ ਹੀ ਜੇ ਬਹੁਤ ਸਾਰੀਆਂ ਖੜੀਆਂ ਨੇ, ਅਤੇ ਲਿਵ ਤੇ ਸਾਡੀ ਉਹਨਾਂ ਜ਼ਰੂਰਤਾਂ 'ਚ ਲੱਗੀ ਹੋਈ ਹੈ। ਸਾਡੇ ਧਿਆਨ ਦੀ ਸਾਰੀ ਡੋਰ, ਸਾਡਾ ਧਿਆਨ ਦਾ ਕੇਂਦਰ, ਫੋਕਸ ਤਾਂ ਉਹਨਾਂ ਜ਼ਰੂਰਤਾਂ 'ਤੇ ਖੜ੍ਹਾ ਹੈ। ਜਿੰਨਾ ਚਿਰ ਸਾਡੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ, ਉਹਨਾਂ ਚਿਰ ਮਤ ਕਹਿਣਾ ਗੱਲਾਂ ਬਾਤਾਂ ਜਿੰਨੀ ਮਰਜ਼ੀ ਕਰ ਲਈਏ, ਪਰ ਲਿਵ ਲੁਵ ਤਾਂ ਉਸੇ ਕਰਮ ਦੇ ਨਾਲ ਹੈ। ਅਤੇ ਜਦੋਂ ਪੂਰੀਆਂ ਹੋ ਜਾਂਦੀਆਂ ਨੇ, ਫਿਰ ਉਸ ਪਰਮਾਤਮਾ ਦੇ ਨਾਲ। ਇਸੇ ਕਰਕੇ ਭਗਤ ਜਨ ਆਪਣੀਆਂ ਜ਼ਰੂਰਤਾਂ ਘਟਾਉਂਦੇ ਨੇ। ਜ਼ਰੂਰਤਾਂ ਮੁਕਾ ਤੇ ਸਕਦੇ ਨਹੀਂ ਅਸੀਂ, ਪਰ ਆਮ ਤੌਰ 'ਤੇ ਇੰਨਾ ਕਰ ਸਕਦੇ ਹਾਂ ਵੀ ਆਪਣੇ ਜ਼ਰੂਰਤਾਂ ਨੂੰ ਘਟਾ ਲਈ। ਕਿਤਨਾ ਘਟਾ ਸਕਦੇ ਹੋ? ਪੁਰਾਣਾ ਇੱਕ ਮੁਹਾਵਰਾ ਹੈ, ਆਪਣੀ ਚਾਦਰ ਦੇਖ ਕੇ ਪੈਰ ਪਸਾਰੋ। ਇਹ ਪੁਰਾਣਾ ਮੁਹਾਵਰਾ ਇਹੀ ਸੰਕੇਤਕ ਕਿ ਭਾਈ ਜਿਤਨਾ ਹੋ ਸਕਦਾ ਆਪਣੀ ਜ਼ਰੂਰਤਾਂ ਨੂੰ ਘਟਾ ਲਓ। ਅਤੇ ਜੇ ਜ਼ਰੂਰਤਾਂ ਤੁਹਾਡੀਆਂ ਬਹੁਤ ਵੱਡੀਆਂ ਹੋ ਗਈਆਂ, ਤਾਂ ਫਿਰ ਤੁਹਾਡੀ ਓਨੇ ਹੀ ਵੱਡੀ ਪ੍ਰਬੰਧ ਕਰਨੇ ਪੈਣਗੇ, ਲਿਵ ਨਹੀਂ ਲੱਗੇਗੀ। ਮਨ ਤ੍ਰਿਪਤ ਹੈ, ਹਰ ਲਿਵ ਲਾਗਾ। ਜਦੋਂ ਮਨ ਤ੍ਰਿਪਤ ਹੋ ਜਾਂਦਾ ਹੈ, ਲਿਵ ਲੱਗ ਜਾਂਦੇ, ਤਾਂ ਕੀ ਹੁੰਦਾ ਹੈ? ਫਿਰ ਅਗਲੀ ਗੱਲ ਆਖਰੀ ਕਹਿੰਦੇ ਸ਼ਬਦ ਹੈ, ਸਾਧ ਸੰਗਤ ਮਹਿ ਹਰ ਸਪਾਈ ਹੈ। ਕਹਿਣ ਲੱਗੇ ਭਾਈ ਫਿਰ ਜਦੋਂ ਮਨ ਤ੍ਰਿਪਤ ਹੈ, ਲਿਵ ਲੱਗੀ ਹੋਈ ਹੈ, ਇਹ ਸਾਰਾ ਮੰਡਲ ਬਣਦਾ ਕਿੱਥੇ ਹੈ? ਇਹਦਾ ਆਧਾਰ ਕੇਂਦਰ ਕੀ ਹੈ? ਸਾਧ ਸੰਗਤ। ਇਹ ਨਾਮ ਰਸ ਮਿਲਦਾ ਕਿੱਥੋਂ? ਸਾਰੀਆਂ ਗੱਲਾਂ ਸਾਡੀਆਂ ਸਾਧ ਸੰਗਤ ਵਿੱਚ ਹੀ ਤਾਂ ਹੈਗੀਆਂ ਨੇ। ਸਾਡੀਆਂ ਖੁਸ਼ੀਆਂ, ਸਾਡੀਆਂ ਗਮੀਆਂ, ਸਾਡੀਆਂ ਲੋੜਾਂ ਅਸੀਂ ਇੱਥੇ ਤੇ ਰੱਖਦੇ ਹਾਂ। ਇੱਥੇ ਬੈਠ ਕੇ ਆਪਾਂ ਖੁਸ਼ੀਆਂ ਦੀ ਗੱਲ ਕਰਦੇ ਹਾਂ, ਇੱਥੇ ਬੈਠ ਕੇ ਆਪਾਂ ਗਮੀਆਂ ਦੀ ਅਰਦਾਸਾਂ ਕਰਦੇ ਹਾਂ, ਇੱਥੇ ਆਪਣੀ ਕਾਮਨਾਵਾਂ ਦੀਆਂ ਅਰਦਾਸਾਂ ਕਰਦੇ ਹਾਂ, ਇੱਥੇ ਆਪਣੇ ਸ਼ੁਕਰਾਨੇ ਦੀ ਅਰਦਾਸ। ਸਭ ਕੁਝ ਸਾਡਾ ਇੱਥੇ ਹੀ, ਜਨਮ ਮਰਨ ਸਾਡਾ ਸੰਗਤ ਵਿੱਚ ਹੀ ਤੇ ਹੈ। ਅਤੇ ਸਾਧ ਸੰਗਤ ਮਹਿ ਹਰ ਸਪਾਈ, ਇੱਥੇ ਹੀ ਜਦੋਂ ਮਨ ਤ੍ਰਿਪਤ ਹੁੰਦਾ ਹੈ, ਲੱਗਦਾ ਹੈ, ਅਤੇ ਨਾਮ ਰਸ ਦੀ ਪ੍ਰਾਪਤੀ ਹੁੰਦੀ ਹੈ। ਰਸ ਪਾਈ ਹੈ ਕਿੱਥੋਂ ਮਿਲਦਾ? ਕਿ ਗੁਰੂ ਮਿਲੀ ਹੈ। ਜਦੋਂ ਟਿਕਾਓ ਬਣਦਾ ਤਾਂ ਫਿਰ ਗੁਰੂ ਵੀ ਸਾਧ ਸੰਗਤ ਵਿੱਚ ਹੀ ਮਿਲਦੇ ਜੇ।
क्योंकि जिथे गुरु हुंदे ने उत्थे साध संगत हुंदी है। बहुते जी साध संगत च होने पर गुरु तक की समझ ही नहीं, तो जो टिकाव बन जाता है, आनंद बनता है, फिर इत्थे गुरु शब्द नाल मिलाप हुंदा है। गुर मिलिया, गुरु मिलते हैं, फिर की हुंदा भरम जम भाव भागा, फिर जम का डर भी लह जाता है, मौत का डर भी उतरता है। इन्ना निर्भौत निर्वैर हो जाता है कि जम भाव भागा। नानक राम नाम जप गुरमुख, फिर सतगुर लिख भाई काम कर लो, तुसीं वाहिगुरू वाहिगुरू दा नाम गुरमुख बन के जपते रहो। तो ਜਿਹੜੇ गुरमुख बन के वाहिगुरू वाहिगुरू जपते ने, ये प्राप्तियां होंदियां। टिक चेत रखे, प्राप्तियां मस्तक दे भागां दे सदके हुंदियां जे। इस करके यतन करिया करिए, जो बाहर एक्टिविटीज़ कर्म ने चंगे करिए, उन्हां दे नाल भाग बनते ने। उन्हां कर्मां नाल भाग बन ਜਿਹੜੇ ਅਸੀਂ ਆਪਣੇ ਘਰ ਪਰਿਵਾਰ ਸੰਸਾਰ 'ਚ ਕਰਦੇ ਆ, ਉਹਨਾਂ ਨਾਲ ਭਾਗ ਬਣਦੇ ਨੇ। ਭਾਗਾਂ ਦੇ ਸਦਕੇ ਸੰਗਤ ਤੇ ਭਾਗਾਂ ਦੇ ਸਦਕੇ ਗੁਰੂ ਤੇ ਸਾਧ ਸੰਗਤ ਦੇ ਦਰਸ਼ਨ ਹੁੰਦੇ ਨੇ। ਵੀ ਭਾਗਾਂ ਸਤ ਸੰਗ ਨਾ ਲੱਭੈ, ਇਹ ਭਾਗ ਬਣਦੇ ਨੇ ਕਰਮ ਕਰਕੇ ਯਤਨ ਕਰ ਸਕੀਏ, ਤੇ ਕਰਮ ਕਰਦੇ ਨੇ ਮੱਤ ਦੀ ਪ੍ਰਾਪਤੀ ਲਈ। ਇਸ ਕਰਕੇ ਮਨ ਰੇ ਸਮਝ ਕਵਨ ਮਤ ਲਾਗਾ, ਤੂੰ ਸਮਝ ਕੇ ਕਰਮ ਕਰਿਆ ਕਰ, ਸਮਝ ਕੇ ਸਤਸੰਗ 'ਚ ਬਖਸ਼ਿਸ਼ ਨੂੰ ਪ੍ਰਾਪਤ ਕਰ। ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦਿੰਦੇ ਹੋਏ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।